ਚੈਨਲ ਕਿਸ਼ਕਈਏ ਦੇ ਤਮਾਮ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪਰਮਵੀਰ, ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਨੀ ਹੈ ਉਹਦੇ ਵਿੱਚ ਅਸੀਂ 2-3 ਮੁੱਦੇ ਚੁੱਕ ਲਈਏ। ਇੱਕ ਤਾਂ ਇਹ ਕਿ ਜੋ ਆਪਾਂ ਮਾਹਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਨੇ ਕਿ ਪੰਜਾਬ ਸਰਕਾਰ ਨੇ ਜੋ 3 ਬਿੱਲ ਪਾਸ ਕੀਤੇ ਕਿਸਾਨਾਂ ਦੇ ਹੱਕ 'ਚ ਦੱਸੇ ਜਾਂਦੇ ਨੇ, ਉਹ ਕਿਸਾਨਾਂ ਦੇ ਕਿੰਨੇ ਕੁ ਹੱਕ 'ਚ ਨੇ ਤੇ ਕਿੰਨੇ ਕੁ ਉਹਨਾਂ ਦੇ ਵਿਰੋਧ ਜਾਂਦੇ ਨੇ, ਕੀ ਉਹਨਾਂ ਦਾ ਕੁਝ ਫਾਇਦਾ ਹੋਏਗਾ ਵੀ ਕਿ ਨਹੀਂ। ਦੂਸਰੀ ਗੱਲ, ਜਿਹੜੀ ਭਾਜਪਾ ਦਾ ਦਲਿਤ ਪੱਤਾ ਹੈਗਾ ਉਹਦੇ ਬਾਰੇ ਆਪਾਂ ਵਿਚਾਰ ਚਰਚਾ ਕਰੀਏ। ਤੇ ਤੀਸਰੀ ਗੱਲ ਕਿ ਹੁਣ ਕਿਉਂਕਿ ਅੰਦੋਲਨ ਕਾਫੀ ਭਖ ਚੁੱਕਿਆ ਹੈ ਤੇ ਸਰਕਾਰਾਂ ਵੀ ਇਹਦੇ ਬਾਰੇ ਥੋੜ੍ਹੀਆਂ ਚਿੰਤਤ ਹੈਗੀਆਂ ਨੇ, ਉਹ ਟਕਰਾਅ ਵੀ ਨਹੀਂ ਛੱਡਣਾ ਚਾਹੁੰਦੀਆਂ ਤੇ ਗਦਾਰੀਆਂ ਦਾ ਸਿਲਸਿਲਾ ਵੀ ਸ਼ੁਰੂ ਹੋਏਗਾ। ਤੇ ਅਗਲੀ ਗੱਲ ਕਿ ਮੋਦੀ ਨੇ ਵੀ ਇਹ ਬਿਆਨ ਦੇ ਦਿੱਤਾ ਹੈ ਕਿ ਨਾ ਤਾਂ ਧਾਰਾ 370 ਹੀ ਵਾਪਸ ਹੋਏਗੀ ਤੇ ਨਾ ਹੀ ਕਿਸਾਨਾਂ ਦੇ ਇਹ ਬਿੱਲ ਜਿਹੜੇ ਆ ਉਹ ਰੱਦ ਹੋਣਗੇ। ਸੋ ਇਹਦੇ ਬਾਰੇ ਅੱਜ ਆਪਾਂ ਵਿਚਾਰ ਚਰਚਾ ਕਰਦੇ ਹਾਂ। ਮੈਂ ਦਰਸ਼ਕੋ, ਇਹਦਾ ਜਿਹੜਾ ਅੱਜ ਆਗਾਜ਼ ਹੈ ਪ੍ਰੋਗਰਾਮ ਦਾ, ਉਹ ਸਾਡੇ ਬਹੁਤ ਹੀ ਮਸ਼ਹੂਰ ਗਜ਼ਲਗੋ ਗੁਰਦਿਆਲ ਰੋਸ਼ਨ ਜੀ, ਉਹਨਾਂ ਦੀ ਕੁਝ ਸਤਰਾਂ ਦੇ ਨਾਲ ਸ਼ੁਰੂ ਕਰਾਂਗੇ। ਉਹ ਕਹਿੰਦੇ ਨੇ ਕਿ ਹਵਾ, ਪਾਣੀ ਤੇ ਮਿੱਟੀ ਨੂੰ ਵੀ ਬੰਨਣ ਦੀ ਤਿਆਰੀ ਹੈ। ਹਵਾ, ਪਾਣੀ ਤੇ ਮਿੱਟੀ ਨੂੰ ਵੀ ਬੰਨਣ ਦੀ ਤਿਆਰੀ ਹੈ। ਬੜੀ ਨਾਰਾਜ਼ ਫੁੱਲਾਂ ਤਿਤਲੀਆਂ ਤੋਂ ਕਾਂ ਗਿਆਰੀ ਹੈ। ਨਾ ਹੁਣ ਕੋਇਲ ਕੂਕੇਗੀ, ਨਾ ਹੁਣ ਬੁਲਬੁਲ ਗੀਤ ਗਾਏਗੀ। ਪਪੀਹਾ ਵੀ ਹੈ ਖਤਰੇ ਵਿੱਚ ਤੇ ਮੈਨਾ ਵੀ ਵਿਚਾਰੀ ਹੈ। ਸਾਡੇ ਹਲ ਅਤੇ ਤੋਸ਼ੇ ਬਣਾ ਦਿੱਤੇ ਗਏ ਗੂੰਗੇ। ਸਾਡੇ ਹਲ ਅਤੇ ਤੋਸ਼ੇ ਬਣਾ ਦਿੱਤੇ ਗਏ ਗੂੰਗੇ। ਵਤਨ ਮੇਰੇ 'ਚ ਇਸ ਤੋਂ ਬਾਅਦ ਹੁਣ ਕਲਮਾਂ ਦੀ ਤਿਆਰੀ ਹੈ। ਵਤਨ ਮੇਰੇ 'ਚ ਇਸ ਤੋਂ ਬਾਅਦ ਹੁਣ ਕਲਮਾਂ ਦੀ ਤਿਆਰੀ ਹੈ। ਵਾਕਿਆ ਹੀ ਇਸ ਵੇਲੇ ਗੁਰਦਿਆਲ ਰੋਸ਼ਨ ਜੀ ਦੇ ਕਹਿਣ ਮੁਤਾਬਕ ਕਲਮਾਂ ਵਾਲਿਆਂ ਨੂੰ ਉੱਠਣਾ ਪੈਣਾ ਹੈ ਜੀ, ਤੇ ਕਲਮਾਂ ਵਾਲਿਆਂ ਨੂੰ ਅਗਵਾਈ ਦੇਣੀ ਪੈਣੀ ਜੀ। ਸੋ ਕਲਮਾਂ ਵਾਲਿਆਂ ਦੀ ਅਗਵਾਈ ਦੇ ਹਿਸਾਬ ਨਾਲ ਜੇ ਆਪਾਂ ਇੰਟਲੈਕਚੁਅਲਸ ਦੀ ਗੱਲ ਕਰੀਏ, ਮਾਹਰਾਂ ਦੀ ਗੱਲ ਕਰੀਏ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ 3 ਬਿੱਲਾਂ ਦੀ ਗੱਲ ਕੀਤੀ ਹੈ, ਤਾਂ ਉਹਨਾਂ ਦਾ ਪਰਮਵੀਰ ਇਹ ਮੰਨਣਾ ਹੈ ਕਿ ਆਪਾਂ ਜਿਵੇਂ ਕੱਲ ਉਹਨਾਂ ਨਾਲ ਗੱਲ ਕਰ ਰਹੇ ਸੀ ਤਾਂ ਉਹ ਕਹਿ ਰਹੇ ਸੀ ਕਿ ਇਹ ਜਿਹੜੇ 3 ਬਿੱਲ ਨੇ, ਪਹਿਲੀ ਗੱਲ ਤਾਂ ਕੇਂਦਰ ਨੇ ਛਾਤਰ ਚਾਲ ਵਰਤੀ ਹੈ। ਉਹਨਾਂ ਨੇ ਕਿਸਾਨਾਂ ਦੇ ਲਾਭ ਦੇ ਨਾਂ ਹੇਠ ਐਗਰੀਕਲਚਰ ਜਾਂ ਖੇਤੀ ਖੇਤਰ ਦੇ ਅਧੀਨ ਇਹ ਕੰਮ ਨਹੀਂ ਕੀਤਾ, ਜਿਹੜਾ ਕਿ ਸਟੇਟਸ ਦੀ ਸਬਜੈਕਟਿਵਿਟੀ ਦੇ ਵਿੱਚ ਆਉਂਦਾ ਹੈ ਜਾਂ ਸਟੇਟ ਦੇ ਅਧਿਕਾਰ ਖੇਤਰ 'ਚ ਆਉਂਦਾ। ਉਹਨਾਂ ਨੇ ਤਾਂ ਟ੍ਰੇਡ ਐਂਡ ਕਮਰਸ ਵਿਸ਼ਾ ਲੈ ਕੇ ਉਹਦੇ ਅਧੀਨ ਇਹ ਬਿੱਲ ਬਣਾਏ ਨੇ। ਸੋ ਜਿੱਤੋਂ ਸਾਫ਼ ਗੱਲ ਜ਼ਾਹਰ ਹੁੰਦੀ ਹੈ ਕਿ ਨਾ ਕਿਸਾਨਾਂ ਦਾ ਵਰਤਿਆ ਗਿਆ, ਲੇਕਿਨ ਅਸਲ ਮਾਇਨੇ ਦੇ ਵਿੱਚ ਉਹਨਾਂ ਨੇ ਬਿੱਲ ਬਣਾਏ ਨੇ ਕਾਰਪੋਰੇਟ ਘਰਾਣਿਆਂ ਦੇ ਲਈ, ਵਪਾਰੀਆਂ ਦੇ ਲਈ। ਲੁਕਵੇਂ ਢੰਗ ਦੇ ਨਾਲ ਪਹਿਲੀ ਗੱਲ ਤਾਂ ਚਾਲ ਉਹਨਾਂ ਨੇ ਇਹ ਖੇਡੀ ਹੈ। ਸੋ ਇਹਦੇ ਵਿੱਚ ਖੇਤੀ ਖੇਤਰ ਨਾਲ ਸੰਬੰਧਿਤ ਉਹਨਾਂ ਨੇ ਗੱਲ ਨਹੀਂ ਕੀਤੀ, ਬਲਕਿ ਕਿਸਾਨਾਂ ਦੇ ਨਾਂ ਹੇਠ ਉਹਨਾਂ ਨੇ ਵਪਾਰੀਆਂ ਦੀ ਗੱਲ ਕੀਤੀ ਤੇ ਵਪਾਰੀਆਂ ਨੂੰ ਲਾਭ ਦਿੱਤਾ। ਹੁਣ ਗੱਲ ਆ ਜਾਂਦੀ ਹੈ ਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਕੇਂਦਰ ਨੇ, ਉਹ ਤਾਂ ਉਹਨਾਂ ਨੇ ਕਰ ਦਿੱਤਾ, ਲੇਕਿਨ ਜਿਹੜਾ ਪੰਜਾਬ ਸਰਕਾਰ ਨੇ ਵਿਸ਼ੇਸ਼ ਸਦਨ ਬੁਲਾਇਆ ਤੇ 20 ਤਰੀਕ ਨੂੰ 3 ਬਿੱਲ ਪਾਸ ਕੀਤੇ, ਜਿਹਦੇ ਵਿੱਚ ਨਾਮ ਤਾਂ ਉਹੀ ਰਹਿਣ ਦਿੱਤੇ ਗਏ, ਲੇਕਿਨ ਉਹਨਾਂ ਨੂੰ ਸੋਧ ਦਾ ਨਾਂ ਦੇ ਦਿੱਤਾ ਗਿਆ ਕਿ ਇਹ ਸੋਧ ਹੋਏਗੀ। ਠੀਕ ਹੈ, ਤਾਂ ਮਾਹਰਾਂ ਦਾ ਇਹ ਦੱਸਣਾ ਸੀ ਕਿ ਜਿਹੜੇ 3 ਬਿੱਲ ਨੇ, ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਸਭ ਤੋਂ ਪਹਿਲਾਂ, ਉਹਦੇ ਵਿੱਚ ਇਹਨਾਂ ਨੇ ਇਹਨਾਂ 3 ਬਿੱਲਾਂ ਨੂੰ ਰੱਦ ਕਰ ਦਿੱਤਾ। ਉਹ ਜਿਹੜਾ ਰੱਦ ਕਰ ਦਿੱਤਾ, ਉੱਥੋਂ ਤੱਕ ਕੰਮ ਸੀਮਤ ਰਹਿੰਦਾ ਤਾਂ ਸਹੀ ਸੀ, ਤੇ ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਸ ਤੋਂ ਬਾਅਦ 3 ਬਿੱਲ ਸੋਧ ਦੇ ਨਾਂ ਹੇਠ ਫਿਰ ਤੋਂ ਉਹਦੇ ਵਿੱਚ ਪਾਸ ਕਰ ਦਿੱਤੇ। ਜੇ ਉਹ ਸੋਧ ਦੀ ਗੱਲ ਆ ਜਾਂਦੀ ਤੇ ਫਿਰ ਇਹਦਾ ਮਤਲਬ ਤਾਂ ਉਹਨਾਂ ਨੇ ਬਿੱਲ ਐਕਸੈਪਟ ਕਰ ਲਏ। ਹਾਂ, ਉਹ ਇਹੀ ਕਹਿ ਰਹੇ ਸੀ ਕਿ ਇਸ ਤਰੀਕੇ ਨਾਲ ਇਹਨਾਂ ਨੇ ਅਸਿੱਧੇ ਰੂਪ ਵਿੱਚ ਮੰਨ ਲਿਆ ਕਿ ਇਹਨਾਂ ਬਿੱਲਾਂ ਨੂੰ ਅਸੀਂ ਮੰਨਦੇ ਹਾਂ, ਤਾਂ ਹੀ ਉਹਦੇ ਵਿੱਚ ਸੋਧ ਦਾ ਨਾਂ ਆਇਆ। ਤਾਂ ਉਹ ਸੋਧ ਇਹਨਾਂ ਨੇ ਜਿਹੜੀ ਦੱਸ ਦਿੱਤੀ ਕਿ ਆਹ ਸੋਧਾਂ ਹੋਣੀਆਂ ਚਾਹੀਦੀਆਂ, ਤਾਂ ਉਹਦੇ ਆਧਾਰ ਤੇ ਉਹ ਕਹਿੰਦੇ ਆ ਕਿ ਇਹ ਬਿੱਲ ਬਿਲਕੁਲ ਹੀ ਸਣੇ ਰੈਜ਼ੋਲੂਸ਼ਨ ਪੰਜਾਬੀਆਂ ਦੇ ਬਿਲਕੁਲ ਅਗੇਂਸਟ ਚਲੇ ਗਏ, ਵਿਰੋਧ 'ਚ ਚਲੇ ਗਏ। ਤਾਂ ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਹੈ
ਕਿ ਹੁਣ ਪੰਜਾਬ ਜਿਹੜਾ ਹੈ ਜਾਂ ਪੰਜਾਬ ਦੇ ਕਿਸਾਨ ਜਿਹੜੇ ਹੈ ਜੇ ਸੁਪਰੀਮ ਕੋਰਟ ਦੇ ਵਿੱਚ ਵੀ ਜਾਣਾ ਚਾਹਣ ਤਾਂ ਉਹ ਨਹੀਂ ਜਾ ਸਕਦੇ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹ ਕਹਿੰਦੇ ਕਿ ਉਹ ਪਹਿਲਾਂ ਪੁੱਛਣਗੇ ਕਿ ਤੁਸੀਂ ਵਿਧਾਨ ਸਭਾ ਦੀ ਆਪਣੀ ਕਾਰਗੁਜ਼ਾਰੀ ਦਿਖਾਓ ਜਿਹਦੇ ਵਿੱਚ ਤੁਸੀਂ ਇਹ ਬਿੱਲ ਪਾਸ ਕੀਤੇ, ਜਿਹਦੇ ਵਿੱਚ ਤੁਹਾਡਾ ਰੈਜ਼ੋਲੂਸ਼ਨ ਇਹਨੂੰ ਰੱਦ ਕਰਨ ਦਾ ਆਉਂਦਾ ਤੇ ਫਿਰ ਤੁਸੀਂ ਸੋਧ ਮਤੇ ਪਾਸ ਕਰ ਬਿੱਲ ਪਾਸ ਕਰਦੇ ਹੋ। ਤਾਂ ਇਹ ਜਿਹੜੀ ਚੀਜ਼ ਆ ਉਹ ਕਹਿੰਦੇ ਆ ਕਿਸਾਨਾਂ ਦੇ ਬਿਲਕੁਲ ਵਿਰੁੱਧ ਜਾਂਦੀ ਹੈ। ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਹੱਥ ਵੱਢੇ ਜਾ ਚੁੱਕੇ ਆ ਵਿਧਾਨ ਸਭਾ ਦੇ ਅੰਦਰ ਹੀ ਕਿ ਉਹ ਆਪਣੇ ਹੱਕਾਂ ਦੇ ਲਈ ਸੁਪਰੀਮ ਕੋਰਟ ਵਿੱਚ ਜਾ ਨਹੀਂ ਸਕਣਗੇ ਹੁਣ। ਤੇ ਅਗਲੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਜਿਹੜਾ ਇਹ 3 ਸਾਲਾਂ ਦੀ ਸਜ਼ਾ ਦਾ ਪ੍ਰਾਵਧਾਨ ਕਹਿੰਦੇ ਕਿ MSP ਨਾ ਲਾਗੂ ਹੋਣ ਦੀ ਸੂਰਤ ਦੇ ਵਿੱਚ ਜਿਹੜੇ ਲੋਕ ਨਹੀਂ ਕਰਨਗੇ ਉਹਨਾਂ ਨੂੰ 3 ਸਾਲ ਦੀ ਸਜ਼ਾ ਦਿੱਤੀ ਜਾਏਗੀ। ਤਾਂ ਉਹਨਾਂ ਨੇ ਇਹ ਗੱਲ ਵਿਚਾਰ ਕੇ ਕਹੀ ਹੈ ਕਿ ਪਹਿਲੀ ਗੱਲ ਤਾਂ ਕਿਸੇ ਵੀ ਕਾਨੂੰਨ ਦੇ ਵਿੱਚ MSP ਦਾ ਜ਼ਿਕਰ ਹੀ ਨਹੀਂ। ਜਦੋਂ MSP ਦਾ ਜ਼ਿਕਰ ਹੀ ਨਹੀਂ ਕਾਨੂੰਨ ਦੇ ਵਿੱਚ ਆਉਂਦਾ ਤਾਂ ਉਹ ਕਹਿ ਰਹੇ ਆ ਕਿ ਕਿਹੜੀ ਧਾਰਾ ਹੋਊਗੀ ਜਿਹਦੇ ਅਧੀਨ FIR ਦਰਜ ਕੀਤੀ ਜਾਊਗੀ। ਸੋ ਇਹ ਕੁੱਲ ਮਿਲਾ ਕੇ ਉਹ ਕਹਿੰਦੇ ਕਿ ਜੇ ਤੁਸੀਂ ਇਹ ਗੱਲ ਕਰੋ ਤਾਂ ਕੁੱਲ ਮਿਲਾ ਕੇ ਇਹ ਜਿਹੜੇ ਕਾਨੂੰਨ ਨੇ ਜਾਂ ਇਹ ਜਿਹੜਾ ਰੈਜ਼ੋਲੂਸ਼ਨ ਹੈ ਪੰਜਾਬ ਸਰਕਾਰ ਨੇ ਪਾਸ ਕੀਤਾ ਹੈ, ਇਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਜ਼ਰੂਰ ਪਾਇਆ ਗਿਆ ਕਿ ਅਸੀਂ ਉਹਨਾਂ ਦੇ ਹੱਕ ਦੀ ਗੱਲ ਕਰ ਦਿੱਤੀ ਹੈ, ਲੇਕਿਨ ਇਹਦੇ ਵਿੱਚ ਕਿਸਾਨਾਂ ਦਾ ਬਿਲਕੁਲ ਵੀ ਭਲਾ ਨਹੀਂ ਹੋਇਆ, ਬਿਲਕੁਲ ਕੋਈ ਉਹਨਾਂ ਨੂੰ ਲਾਭ ਨਹੀਂ ਇਹਦਾ ਮਿਲਣਾ, ਕੋਈ ਫਾਇਦਾ ਨਹੀਂ ਹੈ। ਤੇ ਅਗਲੀ ਗੱਲ ਪਰਮਵੀਰ ਮੈਂ ਇੱਕ ਹੋਰ ਕਹਿਣਾ ਚਾਹਾਂਗੀ ਕਿ ਮੈਨੂੰ ਲੱਗਦਾ ਹੈ ਕਿ ਵਿਧਾਨ ਸਭਾ ਦੇ ਜਿੰਨੇ ਵੀ ਵਿਧਾਇਕ ਹੈਗੇ ਨੇ ਜਦੋਂ ਵੀ ਉਹ ਚੁਣ ਕੇ ਨਵੀਂ ਵਿਧਾਨ ਸਭਾ 'ਚ ਆਉਣ ਤਾਂ ਉਹਨਾਂ ਵਾਸਤੇ ਕੋਈ ਨਾ ਕੋਈ ਰਿਫਰੈਸ਼ਰ ਕੋਰਸ ਦਾ ਜ਼ਰੂਰ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਉਹ ਸੰਵਿਧਾਨ ਦੇ ਸਾਰੇ ਧਾਰਾਵਾਂ ਤੋਂ ਚਾਲੂ ਹੋਣ, ਸੰਵਿਧਾਨ ਦੇ ਬਾਰੇ 'ਚ ਉਹਨਾਂ ਨੂੰ ਪਤਾ ਹੋਵੇ ਉਹਨਾਂ ਦੇ ਕੀ ਹੱਕ ਨੇ, ਕੀ ਉਹਨਾਂ ਦੇ ਫਰਜ਼ ਨੇ, ਕੀ ਉਹ ਕਾਨੂੰਨ ਕੀ ਕਹਿੰਦਾ, ਕੀ ਸੰਵਿਧਾਨ ਕਹਿੰਦਾ ਅਸੀਂ ਕੀ ਕਿਸਾਨਾਂ ਵਾਸਤੇ ਕਰ ਸਕਦੇ ਜਾਂ ਕਿਸੇ ਵੀ ਵਾਸਤੇ ਕੀ ਕਰ ਸਕਦੇ ਹਾਂ ਕੀ ਨਹੀਂ ਕਰ ਸਕਦੇ। ਜਿਵੇਂ ਸਾਡੇ ਟੀਚਰਾਂ ਦੇ ਰਿਫਰੈਸ਼ਰ ਕੋਰਸ ਲੱਗਦੇ ਆ, ਇਸੇ ਤਰ੍ਹਾਂ ਇਹਨਾਂ ਵਿਧਾਇਕਾਂ ਦੇ ਰਿਫਰੈਸ਼ਰ ਕੋਰਸ ਲਾਜ਼ਮੀ ਕਰ ਦਿੱਤੇ ਜਾਣ ਤਾਂ ਕਿ ਇਹਨਾਂ ਨੂੰ ਆਪਣੇ ਹੱਕਾਂ ਤੇ ਫਰਜ਼ਾਂ ਦਾ ਗਿਆਨ ਹੋ ਸਕੇ। ਬਿਲਕੁਲ ਜੀ ਡਾਕਟਰ ਸਾਹਿਬ, ਆਪਾਂ ਹੁਣ ਟੀਚਿੰਗ ਲਾਈਨ ਦੇ ਵਿੱਚ ਜਦੋਂ ਤੁਸੀਂ ਪ੍ਰੋਫੈਸਰ ਸੀ, ਮੈਂ ਟੀਚਰ ਸੀ, ਜਦੋਂ ਸੈਮੀਨਾਰ ਲੱਗਦੇ ਸੀ ਉਹਨਾਂ ਦੇ ਵਿੱਚ ਜਿਹੜੀਆਂ ਹੁਣ ਜਦੋਂ ਕੰਪਿਊਟਰ ਆਇਆ ਨਵੀਆਂ ਤਕਨੀਕਾਂ ਜਿਹੜੀਆਂ ਆਉਂਦੀਆਂ ਸੀ, ਨਿਊ ਟੈਕਨੋਲੋਜੀ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ, ਉਹਦੇ ਬਾਰੇ ਪੂਰਾ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਔਰ ਹਫਤੇ 10-10 ਦਿਨ ਦਾ ਜਿਹੜਾ ਸੀ ਸੈਮੀਨਾਰ ਵੀ ਹੁੰਦਾ ਸੀਗਾ ਤੇ ਵੱਖ-ਵੱਖ ਮਾਹਰਾਂ ਨੂੰ ਬੁਲਾ ਕੇ ਸਾਨੂੰ ਲੈਕਚਰ ਜਿਹੜੇ ਉਹ ਦਵਾਏ ਜਾਂਦੇ ਸੀਗੇ ਔਰ ਟ੍ਰੇਨਿੰਗ ਬਕਾਇਦਾ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਹੁਣ ਜਿਹੜਾ ਅਸੀਂ ਇੱਕ ਜਿਹੜਾ ਮਾਫ ਕਰਨਾ ਹੈ ਕਿ ਅਸੀਂ ਐਜੂਕੇਸ਼ਨ ਦਾ ਤਾਂ ਕੋਈ ਮਾਪਦੰਡ ਰੱਖਿਆ ਹੀ ਨਹੀਂ ਹੈ ਇਹਨਾਂ ਅਹੁਦਿਆਂ ਦੇ ਵਾਸਤੇ, ਚਾਹੇ ਉਹ MLA ਦਾ ਹੋਵੇ, ਚਾਹੇ MP ਦਾ ਹੋਵੇ, ਚਾਹੇ ਕਿਸੇ ਮਿਨਿਸਟਰ ਦਾ ਹੋਵੇ। ਹਾਂ ਬਿਲਕੁਲ ਜੀ, ਉਹਦਾ ਤਾਂ ਕੋਈ ਮਾਪਦੰਡ ਇਹਨਾਂ ਨੇ ਕੋਈ ਰੱਖਿਆ ਨਹੀਂ ਹੈਗਾ ਕਿ ਵੀ ਉਹਦੀ ਐਜੂਕੇਸ਼ਨ ਇਹ ਹੋਣੀ ਚਾਹੀਦੀ ਆ। ਠੀਕ ਹੈ ਜੀ, ਕੋਈ ਵੀ ਇਲੈਕਸ਼ਨ ਲੜ ਸਕਦਾ ਡੈਮੋਕ੍ਰੇਸੀ ਦੇ ਵਿੱਚ, ਸੋ ਕਾਬਲੀਅਤ ਉਹਦੀ ਮਤਲਬ ਹੋਣੀ ਚਾਹੀਦੀ ਹੈ। ਪਰ ਜਿਸ ਤਰੀਕੇ ਦੇ ਨਾਲ ਜਿਸ ਪਾਸੇ ਵੱਲ ਸੰਸਾਰ ਜਾ ਰਿਹਾ, ਜਿਸ ਤਰ੍ਹਾਂ ਨਾਲ ਦਿਨ ਬ ਦਿਨ ਟੈਕਨੋਲੋਜੀ ਜਿਹੜੀ ਹੈਗੀ ਆ ਉਹ ਆਪਣੀ ਬੜੌਤੀ ਵੱਲ ਜਾ ਰਹੀ ਆ, ਉਹਦੇ ਚੱਲਦਿਆਂ ਜਾਂ ਜਿਸ ਤਰ੍ਹਾਂ ਨਾਲ ਵੀ ਜਿਹੜੀ ਸੰਸਾਰ ਪੱਧਰ 'ਤੇ ਕਹਿ ਲਈਏ ਸਾਡੇ ਸੂਬੇ ਦੀ, ਜਿਸ ਵੀ ਸੂਬੇ ਦੀ ਜੋ ਡਿਮਾਂਡਸ ਹੈਗੀ ਆ, ਲੋਕਾਂ ਦਾ ਜਿਹੜਾ ਅਸੀਂ ਭੂਗੋਲਿਕ ਤੌਰ ਤੇ ਜੋ ਉਹਨਾਂ ਦੀ ਸਾਰੀ ਜਾਣਕਾਰੀ ਇੱਕ MLA ਨੂੰ ਉੱਥੋਂ ਦੇ ਵਿਧਾਇਕ ਨੂੰ ਹੋਣੀ ਚਾਹੀਦੀ ਆ, ਜਿਹੜਾ ਕਿ ਆਮ ਲੋਕਾਂ ਨੇ ਆਪਣੀ ਨੁਮਾਇੰਦਗੀ ਉਹਦੇ ਹੱਥ ਵਿੱਚ ਸੌਂਪੀ ਹੁੰਦੀ ਆ, ਆਪਣੀਆਂ ਵੋਟਾਂ ਦੇ ਕੇ, ਆਪਣੀ ਸਹਿਮਤੀ ਪ੍ਰਗਟਾ ਕੇ ਕਿ ਵੀ ਇਹ ਸਾਡੇ ਇਲਾਕੇ ਦਾ ਨੁਮਾਇੰਦਾ ਹੈਗਾ, ਇਹ ਸਾਡੀ ਗੱਲ ਜਾ ਕੇ ਸਰਕਾਰਾਂ ਦੇ ਸਾਹਮਣੇ ਰੱਖੇਗਾ, ਵਿਧਾਨ ਦੇ ਵਿੱਚ ਰੱਖੇਗਾ। ਸੋ ਜਿਹੜਾ ਹੁਣ ਨੁਮਾਇੰਦਾ ਹੈ ਇਹ ਉਹਦੇ ਤੇ ਡਿਪੈਂਡ ਕਰਦਾ ਵੀ ਉਹ ਕਿੰਨੇ ਕੁ ਆਪਣੇ ਏਰੀਏ ਨੂੰ, ਆਪਣੇ ਇਲਾਕੇ ਦੇ ਲੋਕਾਂ ਨੂੰ, ਆਪਣੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਸਕਦਾ ਉੱਥੇ ਜਾ ਕੇ। ਇਹਦੇ ਲਈ ਕਿਉਂਕਿ ਇੰਨਾ ਐਜੂਕੇਟ ਤਾਂ ਹੁੰਦਾ ਨਹੀਂ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਨੂੰ ਸਮਝ, ਉਹਨੂੰ ਕਾਨੂੰਨੀ ਜਿਹੜੇ ਜਿੰਨੇ ਵੀ ਕਾਨੂੰਨੀ ਮੱਦ ਹੈਗੇ ਨੇ ਉਹਨਾਂ ਦੀ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ। ਜੇਕਰ ਉਹ ਮਤਲਬ ਜਿਗਿਆਸਾ ਰੱਖਦਾ ਹੋਵੇ ਇਹਨਾਂ ਪ੍ਰਤੀ ਔਰ ਪੂਰੀ ਸਹਿਜਤਾ ਦੇ ਨਾਲ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨਾ ਚਾਹੁੰਦਾ ਹੋਵੇ ਤਾਂ ਫਿਰ ਉਹਨੂੰ ਜ਼ਰੂਰ ਇਹੋ ਜਿਹੇ ਲੋਕਾਂ ਦਾ ਸਾਥ ਲੈ ਲੈਣਾ ਚਾਹੀਦਾ। ਸਮੇਂ-ਸਮੇਂ ਜਿਹੜੀ ਉਹਨੂੰ ਇੱਕ ਬੈਠਕ ਵੀ ਬੁਲਾ ਲੈਣੀ ਚਾਹੀਦੀ, ਮੀਟਿੰਗ ਕਰ ਲੈਣੀ ਚਾਹੀਦੀ ਇੰਟੈਲੈਕਚੁਅਲਸ ਲੋਕਾਂ ਦੇ ਨਾਲ, ਉਹਦੇ ਵਿੱਚ ਕਾਨੂੰਨੀ ਮਾਹਰ ਵੀ ਹੋਣੇ ਚਾਹੀਦੇ ਆ ਔਰ ਜਿਹੜੇ ਹਰ ਖਿੱਤੇ ਦੇ ਗਿਆਤਾ ਹੋਣ ਔਰ ਉਹਨਾਂ ਦੇ ਬਾਰੇ ਜਾਣਕਾਰੀ ਲੈ ਕੇ ਉਹ ਸਾਰੀ ਚੀਜ਼ ਕੀ ਸਾਡੇ ਲੋਕਾਂ ਦੇ ਹਿੱਤ ਦੇ ਵਿੱਚ ਜਾਂਦੀ ਆ ਤੇ ਕਿਹੜੀ ਉਹਨਾਂ ਦੇ ਵਿਰੋਧ ਦੇ ਵਿੱਚ ਜਾਂਦੀ ਆ। ਇਹ ਸਾਰੀਆਂ ਚੀਜ਼ਾਂ ਨੂੰ, ਇਹ ਸਾਰੇ ਕਾਸੇ ਨੂੰ ਦੇਖ ਕੇ, ਨਿਰਖ ਕੇ, ਪਰਖ ਕੇ ਉਹ ਤਾਂ ਹੀ ਸਾਨੂੰ ਸਾਡੀ ਸਹੀ ਜਿਹੜੀ ਨੁਮਾਇੰਦਗੀ ਕਰ ਸਕਦਾ। ਸੋ ਇਹ ਚੀਜ਼ਾਂ ਤਾਂ ਉੱਥੇ ਕਿਤੇ ਵੀ ਨਹੀਂ ਹੈਗੀਆਂ। ਬਿਲਕੁਲ। ਤੇ ਅਗਲੀ ਗੱਲ ਹੁਣ ਜੇ ਆਪਾਂ ਕਰੀਏ
ਤਾਂ ਜੋ ਇਸ ਵੇਲੇ ਭਾਜਪਾ ਨੇ ਦਲਿਤ ਪੱਤਾ ਖੇਡਿਆ, ਉਹਦੇ ਬਾਰੇ ਤੁਹਾਡਾ ਕੀ ਰਾਏ ਬਣਦੀ ਹੈ? ਦੇਖੋ ਡਾਕਟਰ ਸਾਹਿਬ, ਗੱਲ ਇੱਦਾਂ ਹੈਗੀ ਆ ਕਿ ਦਰਸ਼ਕੋ, ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਅਸੀਂ ਜਿਹੜੀ ਗੱਲ ਕਰਾਂਗੇ ਨਾ, ਇਹ ਸਾਰੀਆਂ ਗੱਲਾਂ ਅਸੀਂ ਕੋਈ ਆਪਣੇ ਕੋਲ ਬਣਾ ਕੇ ਨਹੀਂ ਕਹਿ ਰਹੇ, ਠੀਕ ਹੈ। ਅਸੀਂ ਵੱਖ-ਵੱਖ ਲੋਕਾਂ ਦੇ ਨਾਲ ਜਿਹੜਾ ਫਿਰ ਤੁਰ ਕੇ ਫੀਲਡ ਦੇ ਵਿੱਚ ਉਹਨਾਂ ਦੇ ਵਿਚਾਰ ਜਾਂਦੇ ਹੈਗੇ ਨੇ। ਕੁਝ ਲੋਕਾਂ ਨੇ ਸਾਡੇ ਨਾਲ ਫੋਨ ਤੇ ਵੀ ਸੰਪਰਕ ਕੀਤਾ ਕਿ ਆਹ ਵੀ ਗੱਲ ਰੱਖੋ ਜੀ, ਆਹ ਵੀ ਗੱਲ ਰੱਖੋ ਜੀ, ਪਰ ਮੀਡੀਆ ਦਾ ਇੱਕ ਦਾਇਰਾ ਹੁੰਦਾ, ਅਸੀਂ ਉਸ ਦਾਇਰੇ ਦੇ ਅੰਦਰ ਰਹਿ ਕੇ ਹੀ ਗੱਲ ਕਰਨੀ ਵਾਜਬ ਬਣਦੀ ਹੈਗੀ ਆ। ਚਾਹੇ ਕਿਸੇ ਵੀ ਖਿੱਤੇ ਦੀ ਆਪਾਂ ਗੱਲ ਕਰਨੀ ਆ, ਕਿਸੇ ਵੀ ਸ਼ਖਸੀਅਤ ਦੀ ਗੱਲ ਕਰਨੀ ਆ। ਸੋ ਜਿਹੜੇ ਇਹ ਲੋਕਾਂ ਦੇ ਓਪੀਨੀਅਨ ਹੈਗੇ ਨੇ, ਲੋਕਾਂ ਦੇ ਵਿਚਾਰ ਹੈਗੇ ਨੇ, ਜਿਹੜੇ ਅਸੀਂ ਸਾਂਝੇ ਕਰਦੇ ਹਾਂ ਵੱਖ-ਵੱਖ ਖੇਤਰਾਂ ਦੇ ਵਿੱਚੋਂ ਲੈ ਕੇ। ਹੁਣ ਜਿਵੇਂ ਪਿਛਲੇ ਦਿਨੀ ਇੱਥੋਂ ਜਲੰਧਰ ਤੋਂ ਇੱਕ ਜਿਹੜਾ ਮਾਰਚ ਕੱਢਣਾ ਚਾਹਿਆ ਸੀ ਦਲਿਤ ਭਾਈਚਾਰੇ ਨੂੰ ਲੈ ਕੇ, ਦਲਿਤ ਬਚਾਓ ਜਿਹੜਾ ਰੋਸ ਮਾਰਚ ਉਹਨਾਂ ਨੇ ਸ਼ੁਰੂ ਕਰਨਾ ਸੀਗਾ, ਪਰਮਿਸ਼ਨ ਵੀ ਨਹੀਂ ਸੀ ਲਈ ਹੈਗੀ, ਆਪਣੇ ਤਰੀਕੇ ਦੇ ਨਾਲ ਉਹ ਸ਼ੁਰੂ ਕਰਨ ਲੱਗੇ ਸੀ। ਚਲੋ ਖੈਰ, ਉਹ ਆਗਿਆ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਨੂੰ, ਉਹ ਉਹਨਾਂ ਦਾ ਕੰਮ ਵਿੱਚ ਹੀ ਰਹਿ ਗਿਆ। ਪਰ ਮੈਨੂੰ ਤਾਂ ਕਿਤੇ ਨਾ ਕਿਤੇ ਇਹ ਲੱਗਦਾ, ਲੋਕਾਂ ਦਾ ਓਪੀਨੀਅਨ ਵੀ ਇਹੀ ਆ ਵੀ ਹੁਣ ਤੱਕ ਤਾਂ ਭਾਜਪਾ ਵਾਲਿਆਂ ਨੂੰ ਇੰਨੇ ਦਲਿਤਾਂ ਤੇ ਦਲਿਤ ਭਾਈਚਾਰੇ ਤੇ ਅਤਿਆਚਾਰ ਹੋਏ ਆ, ਜਦ ਕਿ ਖੁਦ ਇਹ ਸੱਤਾਧਾਰੀ ਪਾਰਟੀ ਹੀ ਕਰਦੀ ਹੈ। ਲੋਕ ਗੱਲਾਂ ਕਹਿ ਰਹੇ ਨੇ, ਲੋਕਾਂ ਦੀ ਗੱਲ ਅਸੀਂ ਦੱਸ ਰਹੇ ਹਾਂ। ਇਹ ਵੀ ਕਹਿ ਰਹੇ ਆ ਕਿ ਉਸ ਵੇਲੇ ਇਹਨਾਂ ਦਾ ਦਲਿਤ ਪੱਤਾ ਕਿੱਥੇ ਗਿਆ ਸੀ, ਜਦੋਂ ਦਲਿਤ ਬੱਚੀ ਦਾ ਰੇਪ ਹੋਇਆ, ਉਹਦੀ ਜ਼ੁਬਾਨ ਕੱਟੀ ਗਈ ਹੈ ਨਾ, ਉੱਥੇ ਕਿੰਨਾ ਕੁਝ ਹੋਇਆ। ਉੱਥੇ ਵੀ ਤਾਂ ਭਾਜਪਾ ਦੀ ਸਰਕਾਰ ਹੀ ਸੀ, ਉੱਥੇ ਇਹਨਾਂ ਨੇ ਦਲਿਤਾਂ ਨਾਲ ਕੀ ਕੀਤਾ। ਬਿਲਕੁਲ, ਗੁਜਰਾਤ ਦੇ ਵਿੱਚ ਦੇਖੋ ਨਾ ਤੁਸੀਂ, ਉੱਥੇ ਦਲਿਤਾਂ ਤੇ ਕਿੰਨੇ ਅਤਿਆਚਾਰ ਹੋਏ। ਉੱਥੇ ਜਿਹੜਾ ਹੈਗਾ ਇੱਕ ਦਲਿਤ ਨੂੰ ਜਿਹੜਾ ਆਪਣਾ ਘੋੜੀ ਚੜਨ ਕਿਉਂ ਚੜਿਆ, ਇਹਦੇ ਕਰਕੇ ਉਹਨੂੰ ਜਿਹੜਾ ਉਹਦਾ ਟੌਰਚਰ ਕੀਤਾ ਗਿਆ। ਉਸ ਵੇਲੇ ਕਹਿੰਦੇ ਵੀ ਦਲਿਤ ਬਚਾਓ ਜਿਹੜਾ ਇਹ ਮੁਹਿੰਮ ਹੈ, ਇਹ ਕਿਉਂ ਨਹੀਂ ਇਹਨਾਂ ਦੇ ਜਿਹੜੇ ਨੇਤਾ ਹੈਗੇ ਨੇ ਜਾਂ ਰਾਜ ਮੰਤਰੀ, ਕੇਂਦਰੀ ਰਾਜ ਮੰਤਰੀ ਹੈਗੇ ਨੇ, ਉਹਨਾਂ ਦੇ ਦਿਲੋਂ ਦਿਮਾਗ 'ਚ ਉਦੋਂ ਕਿਉਂ ਇਹ ਜਿਹੜਾ ਦਲਿਤਾਂ ਦੇ ਪ੍ਰਤੀ ਜਿਹੜਾ ਸੁਹਿਰਦਤਾ ਨਹੀਂ ਜਾਗੀ, ਉਹਨਾਂ ਦੇ ਪ੍ਰਤੀ ਤਰਸ ਦੀ ਭਾਵਨਾ ਕਿਉਂ ਨਹੀਂ ਆਈ। ਇਹ ਗੱਲਾਂ ਜਿਹੜੇ ਲੋਕ ਹੈਗੇ ਨੇ ਉਹਨਾਂ ਦੀ ਰਾਏ ਇਹੀ ਹੈ ਕਿ ਇਹ ਜਿਹੜਾ ਦਲਿਤ ਪੱਤਾ ਖੇਡਿਆ ਜਾ ਰਿਹਾ, ਇਹ ਕਿਸਾਨਾਂ ਦੇ ਅੰਦੋਲਨ ਨੂੰ ਤਾਰ-ਪੀੜੂ ਕਰਨ ਦੀ ਇੱਕ ਚਾਲ ਹੈਗੀ, ਹੈ ਨਾ। ਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ, ਕਿਉਂਕਿ ਕਿਸਾਨ ਅੰਦੋਲਨ ਭਖਿਆ ਹੋਇਆ ਤੇ ਉਹਦੇ ਵਿੱਚ ਜਿਹੜੀ ਉਹਨੂੰ ਤਾਰ-ਪੀੜੂ ਕਰਨ ਦੀਆਂ ਚਾਲਾਂ ਤਾਂ ਤੇਜ਼ ਹੋ ਹੀ ਗਈਆਂ। ਤੇ ਹੁਣ ਲੋਕ ਕਹਿ ਰਹੇ ਨੇ ਕਿ ਕੁਝ ਗਦਾਰ ਵੀ ਤਿਆਰ ਕੀਤੇ ਜਾ ਰਹੇ ਨੇ ਤੇ ਇਹ ਗਦਾਰ ਜਿਹੜੇ ਨੇ ਉਹ ਤਾਂ ਆਪਣੇ ਸ਼ੁਰੂ ਤੋਂ ਹੀ ਇਤਿਹਾਸ ਦਾ ਹਿੱਸਾ ਰਹੇ ਨੇ, ਠੀਕ ਹੈ ਨਾ। ਤੇ ਭਾਵੇਂ ਆਪਾਂ ਰੋਮ ਦੀ ਗੱਲ ਕਰ ਲਈਏ ਕਿ ਜਦੋਂ ਰੋਮ ਜਲ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ, ਇੱਕ ਗਦਾਰੀ ਕਰ ਰਿਹਾ ਸੀ ਉਹ। ਬਿਲਕੁਲ, ਅੱਜ ਤੱਕ ਅਸੀਂ ਗੱਲ ਜਿਹੜੇ ਸਦੀਆਂ ਬਾਅਦ ਦੇਖਿਆ ਤਾਂ ਅਸੀਂ ਨਹੀਂ ਹੈਗਾ, ਲੇਕਿਨ ਅਸੀਂ ਸੁਣਦੇ ਆ ਕਿ ਇਹ ਗੱਲ ਜਦੋਂ ਕਦੇ ਇਸ ਤਰ੍ਹਾਂ ਦੇ ਅੰਦੋਲਨ ਸ਼ੁਰੂ ਹੁੰਦੇ ਨੇ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਨੇ ਸਮਾਜ ਦੇ ਵਿੱਚ, ਇਸ ਤਰ੍ਹਾਂ ਦੇ ਵਰਤਾਰੇ ਕਿਸੇ ਦੇਸ਼ ਦੇ ਅੰਦਰ ਸ਼ੁਰੂ ਹੁੰਦੇ ਨੇ, ਤੇ ਉਦੋਂ ਇਹ ਕਹਾਵਤਾਂ ਜਿਹੜੀ ਬਦੋ-ਬਦੀ ਲੋਕਾਂ ਦੀ ਜ਼ੁਬਾਨ ਤੇ ਆਉਂਦੀਆਂ ਨੇ, ਉਹ ਗੱਲ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਉਚਾਰਦੇ ਨੇ ਕਿ ਜਦੋਂ ਇੱਕ ਤਰ੍ਹਾਂ ਨਾਲ ਜਿਹੜਾ ਬਾਦਲ ਘਰਾਣਾ ਹੈ ਉਹਨੂੰ ਵੀ ਗਦਾਰਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ। ਬਿਲਕੁਲ। ਦੇਖੋ ਡਾਕਟਰ ਸਾਹਿਬ, ਗੱਲ ਉਹੀ ਆ ਨਾ ਕਿ ਗਦਾਰੀ ਜਿਹੜੀ ਹੈਗੀ ਆ, ਚਾਹੇ ਉਹ ਤੁਸੀਂ ਲੁਕਵੇਂ ਢੰਗ 'ਚ ਕੀਤੀ ਆ, ਚਾਹੇ ਅਲੁਕਵੇਂ ਢੰਗ 'ਚ ਕੀਤੀ ਆ। ਹੁਣ ਜੇ ਮਹਾਰਾਜਾ ਰਣਜੀਤ ਸਿੰਘ ਵੇਲੇ ਉਹਨਾਂ ਆਪਣਿਆਂ ਨੇ ਜਿਹੜੀ ਧਿਆਨ ਸਿੰਘ ਡੋਗਰਾ ਜਾਂ ਡੋਗਰਿਆਂ ਗੁਲਾਬ ਸਿੰਘ ਡੋਗਰਾ, ਭੂਆ ਦੇ ਪੁੱਤ ਸੀ, ਬਿਲਕੁਲ ਰਿਸ਼ਤੇਦਾਰੀ 'ਚ ਸੀ ਜੀ, ਉਹਨਾਂ ਨੇ ਗਦਾਰੀਆਂ ਕੀਤੀਆਂ, ਗਦਾਰੀਆਂ ਦਾ ਖਮਿਆਜ਼ਾ ਅੱਜ ਤੱਕ ਭੁਗਤਣਾ ਸਾਨੂੰ ਪੈ ਰਿਹਾ। ਅੱਜ ਵੀ ਅਸੀਂ ਲਾਹਨਤਾਂ ਪਾਉਂਦੇ ਆ ਕਿ ਜੇ ਉਹ ਗਦਾਰੀਆਂ ਨਾ ਕਰਦੇ ਤਾਂ ਫਿਰ ਸਾਡਾ ਰਾਜ ਹਜ਼ਾਰਾਂ ਸਾਲਾਂ ਤੱਕ ਚੱਲਣਾ ਸੀਗਾ, ਚੱਲਣਾ ਵੀ ਚਾਹੀਦਾ ਸੀਗਾ ਜਿਸ ਤਰੀਕੇ ਸਾਲਾਂ ਦੇ ਵਿੱਚ ਖਤਮ ਹੋ ਗਿਆ। ਬਿਲਕੁਲ। ਸੋ ਇਹ ਚੀਜ਼ਾਂ ਮੇਰੇ ਖਿਆਲ 'ਚ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਜਿੱਥੇ ਇੰਨਾ ਕੁਸ਼ਲ ਰਾਜ ਪ੍ਰਬੰਧਕ ਸੀਗਾ, ਉਹਦੀ ਇੱਕ ਦੂਰਅੰਦੇਸ਼ੀ ਦੀ ਕਮੀ ਰਹਿ ਗਈ ਕਿ ਉਹ ਇਹਨਾਂ ਆਪਣੇ ਰਿਸ਼ਤੇਦਾਰਾਂ ਤੇ ਜ਼ਿਆਦਾ ਯਕੀਨ ਕਰ ਬੈਠਾ। ਇਹ ਯਕੀਨ ਨਾਲੋਂ ਜੇ ਉਹ ਕਿਤੇ ਆਪਣੇ ਪੁੱਤਰਾਂ ਦੇ ਵਿੱਚ ਉਹ ਦੂਰ ਦਰਾਜ ਦੇ ਜਿਹੜੇ ਖੇਤਰ ਸੀ ਉਹਨਾਂ ਦੀ ਸੱਤਾ ਸੰਭਾਲ ਦਿੰਦਾ ਤਾਂ ਹੋ ਸਕਦਾ ਸੀ ਅੱਜ ਆਪਣੇ ਪੰਜਾਬ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਕਸ਼ਮੀਰ ਦੀ ਜਿਹੜੀ ਵਾਗਡੋਰ ਆ ਉਹਨਾਂ ਨੂੰ ਸੌਂਪੀ ਜਾ ਸਕਦੀ ਸੀ, ਅਫਗਾਨਿਸਤਾਨ ਦੀ ਸੌਂਪੀ ਜਾ ਸਕਦੀ, ਭਾਵੇਂ ਕਿ ਉਹਨੂੰ ਸੰਭਾਲ ਪਾਉਂਦੇ, ਜਿਹੜਾ ਉਹ ਵੱਖਰੀ ਗੱਲ ਹੈ, ਇੱਕ ਅਲੱਗ ਵਿਸ਼ਾ। ਪਰ ਕਿਤੇ ਨਾ ਕਿਤੇ ਜਿਹੜਾ ਉਸ ਤੋਂ ਬਾਅਦ ਜਿਹੜਾ ਰਾਜ ਆ ਉਹ ਲੰਬਾ ਚੱਲਣ ਦੇ ਆਸਾਰ ਸੀ। ਸਿੱਖ ਰਾਜ ਤਾਂ ਹੁੰਦਾ ਨਾ ਡਾਕਟਰ ਸਾਹਿਬ, ਮੇਰਾ ਖਿਆਲ ਇਹ ਵਿਸ਼ਾ ਇੱਕ ਵੱਖਰਾ ਹੈ, ਇਹਦੇ ਤੇ ਆਪਾਂ ਇੱਕ ਐਪੀਸੋਡ ਕਰ ਕਰਾਂਗੇ। ਇਹ ਜਿਹੜਾ ਕਰੰਟ ਜਿਹੜੇ ਆਪਣੇ ਤੇ ਕਰੰਟ ਦੇ ਵਿੱਚ ਹੁਣ ਮੋਦੀ ਨੇ ਕਹਿੰਦੇ ਕੱਲ ਇੱਕ ਬਿਆਨ ਦਿੱਤਾ ਹੈਗਾ ਤੇ ਉਹ ਕਹਿੰਦਾ ਕਿ ਬਿਹਾਰ ਦੇ ਵਿੱਚ ਤਾਂ MSP ਲਾਗੂ ਕਰਾਂਗੇ ਅਸੀਂ। ਜੇ ਉਹ ਬਿਹਾਰ ਦੇ ਵਿੱਚ MSP ਲਾਗੂ ਕਰੂਗਾ ਤਾਂ ਪੰਜਾਬ ਦੇ ਵਿੱਚੋਂ ਕਿਉਂ ਖੋਹੀ ਜਾ ਰਹੀ ਹੈ? ਪੰਜਾਬ ਦੇ ਵਿੱਚ ਉਹ 3 ਕਾਲੇ ਕਾਨੂੰਨ ਜਿਹੜੇ ਬਣਾਏ ਉਹਨਾਂ ਦੇ ਵਿੱਚ MSP ਦਾ ਨਾਮ ਵੀ ਨਹੀਂ।
ਚਲੋ ਇਹ ਗੱਲ ਤਾਂ ਖੈਰ ਉਹਨੇ ਕਿਉਂਕਿ ਉਹਦੇ ਜੁਮਲਾਬਾਜ਼ ਨੂੰ ਕਿਹਾ ਜਾਂਦਾ ਤੇ ਜੁਮਲਾ ਉਹਨੇ ਛੱਡ ਦਿੱਤਾ। ਤੇ ਅਗਲੀ ਗੱਲ ਉਹਨੇ ਜਿਹੜੀ ਕਹੀ ਆ ਉਹ ਕਹਿੰਦਾ ਕਿ ਨਾ ਤਾਂ ਧਾਰਾ 370 ਹੀ ਵਾਪਸ ਹੋਊਗੀ ਤੇ ਨਾ ਇਹ ਜਿਹੜੇ 3 ਕਾਨੂੰਨ ਬਣਾਏ ਆ ਕਿਸਾਨਾਂ ਵਾਸਤੇ ਇਹ ਹੀ ਵਾਪਸ ਹੋਣਗੇ। ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਡਾਕਟਰ ਸਾਹਿਬ ਇਹਦੇ ਬਾਰੇ ਤਾਂ ਇਹ ਹੈ ਕਿ ਵੇਖੋ ਫਿਰ ਉੱਥੇ ਅਸੀਂ ਹੁਣ ਕਹਿ ਦਿੰਦੇ ਹਾਂ ਕਿ ਵੀ ਨਹੀਂ ਅਸੀਂ ਜੀ ਉਹਨੂੰ ਆਪਣੀ ਅਕੀਦੇ ਨੂੰ ਆਪਣੀ ਗੁਰਬਾਣੀ ਨੂੰ ਅਸੀਂ ਕੋਟ ਨਹੀਂ ਕਰਨਾ, ਫਿਰ ਕਰੀਏ ਕਿ ਹੁਣ ਵਾਰ-ਵਾਰ ਇਹ ਸਾਹਮਣੇ ਗੱਲਾਂ ਆ ਜਾਂਦੀਆਂ ਨੇ ਸਾਨੂੰ, ਕਿਉਂਕਿ ਅਗਵਾਈ ਜੋ ਕਰਦੀ ਹੈ ਸਾਡੇ ਉਹ ਸੱਚੇ ਸੁੱਚੇ ਸ਼ਬਦ ਔਰ ਉਹ ਰੱਬੀ ਹੁਕਮ ਹੈ ਤੇ ਰੱਬੀ ਹੁਕਮ ਸਾਡੀ ਤਾਂ ਪੈਰ ਪੈਰ ਤੇ ਅਗਵਾਈ ਕਰੂਗਾ। ਅਸੀਂ ਹੋਰ ਕਿਵੇਂ ਕਰ ਸਕਦੇ ਹਾਂ ਉਹਨਾਂ ਨੂੰ? ਅਸੀਂ ਪਲ ਪਲ ਉਦਾਹਰਨਾਂ ਦੇਵਾਂਗੇ, ਉਹਦੇ ਵਿੱਚੋਂ ਅਗਵਾਈ ਲਵਾਂਗੇ। ਸੋ ਉਹੀ ਗੱਲ ਹੈ ਕਿ ਗੁਰਬਾਣੀ ਤਾਂ ਵਾਰ-ਵਾਰ ਕਹਿੰਦੀ ਆ ਕਿ ਹੰਕਾਰ ਜਿਹੜਾ ਭਾਈ ਉਹ ਮਾੜਾ ਹੁੰਦਾ। ਹੁਣ ਇਸ ਵੇਲੇ ਮੋਦੀ ਸਾਹਿਬ ਜਿਹੜੇ ਹੈਗੇ ਨੇ ਸੱਤਾ ਦੇ ਵਿੱਚ ਨੇ, ਕੁਰਸੀ ਉਹਨਾਂ ਦੇ ਹੇਠ ਹੈ ਔਰ ਪੂਰੀ ਹਰ ਪਾਸੇ ਉਹਨਾਂ ਦਾ ਜਿਹੜਾ ਇਸ ਵੇਲੇ ਰਾਜ ਹੈ, ਬੋਲਬਾਲਾ ਹੈ। ਸੋ ਜਦੋਂ ਨਸ਼ਾ ਤਾਂ ਦੇਖੋ ਕਿਸੇ ਵੀ ਚੀਜ਼ ਦਾ ਹੋਵੇ ਮਾੜਾ ਹੁੰਦਾ, ਸੱਤਾ ਦਾ ਨਸ਼ਾ ਤਾਂ ਜਿਹੜਾ ਬਹੁਤ ਹੀ ਜ਼ਬਰਦਸਤ ਮਾੜਾ ਹੁੰਦਾ ਹੈ। ਸੋ ਉਹ ਸੱਤਾ ਦੇ ਨਸ਼ੇ ਦੇ ਵਿੱਚ ਇਹ ਚੀਜ਼ਾਂ ਭੁੱਲ ਗਏ ਨੇ ਕਿ ਪਰਜਾ ਲੋਕ ਉਹਨਾਂ ਦੀ ਵੀ ਕੋਈ ਅਹਿਮੀਅਤ ਹੈ। ਜਿਹੜੇ ਲੋਕ ਹੈ ਉਹ ਕੀ ਗੱਲਾਂ ਕਰਦੇ ਨੇ ਇਹਦੇ ਬਾਰੇ ਚ, ਉਹ ਇਹੀ ਕਹਿੰਦੇ ਨੇ ਕਿ ਜਿਹੜੀ ਸੱਤਾ ਦੀ ਭੁੱਖ ਹੈ, ਕੁੱਲ ਮਿਲਾ ਕੇ ਅਸੀਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਪਾਵਰ ਪ੍ਰਭੂ ਸੱਤਾ ਕਿਸੇ ਵੀ ਪ੍ਰਕਾਰ ਦੀ ਹੋਵੇ, ਜਦੋਂ ਕਿਸੇ ਬੰਦੇ ਦੇ ਵਿੱਚ ਆ ਜਾਂਦੀ ਹੈ ਨਾ, ਬੰਦੇ ਦੇ ਕੋਲ ਆ ਜਾਂਦੀ ਆ, ਇਨਸਾਨ ਦੇ ਕੋਲ, ਫਿਰ ਉਹਨੂੰ ਉਹ ਰੱਬ ਨੂੰ ਵੀ ਟੱਬ ਦੱਸਣ ਲੱਗ ਪੈਂਦਾ। ਸੋ ਇਹੀ ਸਥਿਤੀ ਜਿਹੜੀ ਅੱਜ ਸਾਡੀ ਜਿਹੜੀ ਭਾਰਤੀ ਸਰਕਾਰ ਦੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਣੀ ਹੋਈ ਪਈ ਆ। ਉਹ ਹੰਕਾਰ ਉਹਨਾਂ ਦਾ ਚਰਮ ਸੀਮਾ ਤੇ ਹਰ ਗੱਲ ਜਿਹੜੀ ਹਉਮੈ ਦੇ ਵਿੱਚ ਕਰਦੇ ਆ ਤੇ ਹਉਮੈ ਨੂੰ ਜਿਹੜੀ ਗੁਰਬਾਣੀ ਬਾਰ-ਬਾਰ ਕੰਡੈਮਡ ਕਰਦੀ ਆ ਕਿ ਜਿਹੜਾ ਹਉਮੈ ਆ, ਜਿਹੜਾ ਹੰਕਾਰ ਹੈ, ਇਹ ਤਾਂ ਬਹੁਤ ਹੀ ਜ਼ਿਆਦਾ ਮਾੜਾ ਹੈ। ਤੇ ਜਦੋਂ ਇਹ ਚਰਮ ਸੀਮਾ ਤੇ ਹੁੰਦਾ, ਪਰ ਵੇਖੋ ਹੁਣ ਅੰਤ ਆ ਜਿਹੜਾ ਅੱਤ ਆ ਜਿਹੜੀ ਅੱਤ ਦੇ ਖੁਦਾ ਦਾ ਹਮੇਸ਼ਾ ਵੈਰ ਉਹ ਦੇਰ ਨਹੀਂ ਲੱਗਦੀ। ਸੋ ਸਾਡੀ ਤਾਂ ਅਪੀਲ ਹੈ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨਿਕਲ ਰਹੀਆਂ ਨੇ, ਜਿਹੜੀ ਕੱਲ ਉਹਨਾਂ ਨੇ ਬਿਹਾਰ ਦੇ ਵਿੱਚ ਜਿਹੜੀਆਂ ਗੱਲਾਂ ਕਰਕੇ ਆਏ ਨੇ, ਉਹ ਡਾਕਟਰ ਸਾਰੀਆਂ ਗੱਲਾਂ ਉਹਨਾਂ ਦੇ ਹੰਕਾਰ ਚੋਂ ਨਿਕਲ ਰਹੀਆਂ ਨੇ, ਹਉਮੈ ਚੋਂ ਨਿਕਲ ਰਹੀਆਂ ਨੇ। ਇਹ ਕੋਈ ਇਨਸਾਨੀਅਤ ਵਾਲੀਆਂ ਗੱਲਾਂ ਤਾਂ ਹੈ ਨਹੀਂ, ਇਹ ਕੋਈ ਇੱਕ ਜੇ ਕਹਿ ਲਓ ਅੱਛੇ ਜਿਹੜੀਆਂ ਸੁਹਿਰਦ ਸ਼ਾਸਕ ਵਾਲੀਆਂ ਗੱਲਾਂ ਤਾਂ ਹੈ ਨਹੀਂ। ਜੇ ਅਸੀਂ ਕਹਿ ਦਈਏ ਕਿ ਆਪਣੀ ਪ੍ਰਜਾ ਦੇ ਪ੍ਰਤੀ ਉਹ ਕੋਈ ਸੁਹਿਰਦਤਾ ਰੱਖਦੇ ਆ, ਜੇ ਸੁਹਿਰਦਤਾ ਰੱਖਦੇ ਆ ਤਾਂ ਉਹ ਕਹਿੰਦੇ ਠੀਕ ਹੈ ਜੀ, ਕੁਝ ਪ੍ਰਜਾ ਦੀਆਂ ਗੱਲਾਂ ਮੰਨੀਆਂ ਜਾਣਗੀਆਂ, ਕੁਝ ਅਸੀਂ ਆਪਣੀਆਂ ਗੱਲਾਂ ਮਨਾ ਲਾਂਗੇ। ਪਰ ਉਹ ਤਾਂ ਥੋੜਾ ਲਚਕੀਲਾਪਣ ਹੋਣਾ ਚਾਹੀਦਾ। ਬਿਲਕੁਲ ਜੀ, ਹਾਂ ਜੀ, ਬਿਲਕੁਲ ਫਲੈਕਸੀਬਿਲਿਟੀ ਤਾਂ ਕਿਤੇ ਨਾ ਕਿਤੇ ਹੋਣੀ ਚਾਹੀਦੀ ਆ। ਫਲੈਕਸੀਬਿਲਿਟੀ ਤਾਂ ਕਿਤੇ ਹੈ ਹੀ ਨਹੀਂ। ਥਾਟ ਪ੍ਰੋਸੈਸਿੰਗ ਦੀ ਵੀ ਕਿਤੇ ਨਾ ਕਿਤੇ ਕਮੀ ਲੱਗ ਰਹੀ ਆ ਮੈਨੂੰ ਉਹਨਾਂ ਦੇ ਵਿੱਚ। ਦੂਸਰੀ ਗੱਲ, ਉਹ ਕਿੱਥੋਂ ਕੱਢ ਰਹੇ ਨੇ ਗੱਲਾਂ? ਇਹ ਹਉਮੈ ਚੋਂ ਨਿਕਲ ਰਹੀਆਂ ਨੇ, ਹੰਕਾਰ ਚੋਂ ਨਿਕਲ ਰਹੀਆਂ। ਤੇ ਭਾਈ ਹੰਕਾਰ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਮਾਰ ਜ਼ਰੂਰ ਖਾ ਜਾਂਦਾ ਹੁੰਦਾ। ਸੋ ਸਾਡੀ ਬਾਰ-ਬਾਰ ਅਪੀਲ ਹੈ ਮੋਦੀ ਸਾਹਿਬ ਨੂੰ ਕਿ ਜੋ ਸਾਡੀ ਗੱਲ ਸੁਣਦੇ ਹੋਣ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਥੋੜਾ ਜਿਹਾ ਆਪਣੇ ਵਿੱਚ ਜਿਹੜਾ ਹੈਗਾ ਫਲੈਕਸੀਬਿਲਿਟੀ ਲੈ ਕੇ ਆਉਣ ਲੋਕਾਂ ਪ੍ਰਤੀ। ਆਪਣੇ ਲੋਕ ਨੇ ਉਹਦੇ, ਆਪਣੇ ਲੋਕਾਂ ਦੇ ਪ੍ਰਤੀ ਉਹ ਥੋੜਾ ਜਿਹਾ ਆਪਣਾ ਰਵੱਈਆ ਜਿਹੜਾ ਉਹ ਨਰਮ ਜ਼ਰੂਰ ਕਰਨ। ਦੇਖੋ ਨਾ, ਇਹ ਲੋਕ ਕਹਿੰਦੇ ਨੇ ਕਿ ਅਸੀਂ ਸ਼ਾਸਨ ਕਰਨਾ ਜੀ, ਸ਼ਾਸਨ ਕਰਨਾ ਤਾਂ ਕਿਹਦੇ ਤੇ ਕਰਨਾ? ਲੋਕਾਂ ਤੇ। ਠੀਕ ਹੈ, ਜੇ ਲੋਕ ਹੀ ਦੁਖੀ ਹੋਣਗੇ ਜੀ ਤਾਂ ਇਹਨਾਂ ਦੇ ਸ਼ਾਸਨ ਦਾ ਕੀ ਫਾਇਦਾ ਹੈ ਨਾ? ਜਿਹੜਾ ਹੁਣ ਲੋਕਤੰਤਰ ਦੇ ਨਾਂ ਤੇ ਇਹ ਇੰਨਾ ਧੱਬਾ ਲਾ ਰਹੇ ਲੋਕਤੰਤਰ ਨੂੰ, ਤਾਂ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਲੋਕਤੰਤਰ ਤਾਂ ਲੋਕਾਂ ਦੇ ਲਈ, ਲੋਕਾਂ ਵਾਸਤੇ, ਲੋਕਾਂ ਦਾ ਹੁੰਦਾ। ਤੇ ਜੇ ਇਹ ਇਸ ਤਰ੍ਹਾਂ ਦੀ ਚੀਜ਼ ਹੈਗੀ ਤਾਂ ਫਿਰ ਇੱਥੇ ਮੋਦੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਇਹ ਪੁੱਛ ਰਹੇ ਨੇ ਕਿ ਮੋਦੀ ਦੀ ਵਿਚਾਰਧਾਰਾ ਲੋਕ ਹਿਤੈਸ਼ੀ ਹੈ ਕਿੱਥੇ ਜੀ? ਕਿਉਂਕਿ ਜਿੱਥੇ ਵੀ ਇਹਨੇ ਕੰਮ ਕੀਤਾ ਉਹ ਲੋਕਾਂ ਦੇ ਵਿਰੁੱਧ ਹੀ ਕੀਤਾ ਜੀ। ਖਾਸ ਕਰਕੇ ਜਿਹੜੀਆਂ ਘੱਟ ਗਿਣਤੀ ਕੌਮਾਂ ਹੈਗੀਆਂ ਦੇਸ਼ ਦੇ ਵਿੱਚ, ਉਹਨਾਂ ਨੂੰ ਬਚਾਉਣ, ਮਤਲਬ ਮਾਰਨ ਵਾਸਤੇ, ਆਪਣੇ ਆਪ ਨੂੰ ਅੱਗੇ ਰੱਖਣ ਵਾਸਤੇ, ਉਸ ਨੂੰ ਹੀ ਇਹ ਵਿਕਸਿਤ ਕਰਦੇ ਆ ਰਹੇ। ਤਾਂ ਇਹ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਇੱਕ ਤਰ੍ਹਾਂ ਨਾਲ ਏਕਾਧਿਕਾਰ ਵਾਲੇ ਪਾਸੇ ਚੱਲ ਰਹੀ ਹੈ, ਜਿਹਦੇ ਵਿੱਚ ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਰਾਸ਼ਟਰ, ਇੱਕ ਕਾਨੂੰਨ, ਇੱਕ ਰਾਸ਼ਟਰ, ਇੱਕ ਜੋ ਵੀ ਹੈ, ਇਹ ਸਾਰਾ ਕੁਝ ਇੱਕ ਇੱਕ ਦੇ ਨਾਂ ਤੇ ਚੱਲੀ ਜਾ ਰਿਹਾ ਹੈ। ਸੋ ਇਹ ਜਿਹੜੀ ਚੀਜ਼ ਹੈ ਇਹ ਕਿਤੇ ਨਾ ਕਿਤੇ ਜਾ ਕੇ ਆਪਾਂ ਆਪਣੇ ਆਪ ਨੂੰ ਖਤਮ ਕਰਨ ਵਾਲੀ ਗੱਲ ਹੈਗੀ ਹੈ, ਕਿਉਂਕਿ ਭਾਰਤ ਦੇ ਵਿੱਚ ਤਾਂ ਯੂਨਿਟੀ ਇਨ ਡਾਇਵਰਸਿਟੀ ਹੈ, ਅਨੇਕਤਾ ਦੇ ਵਿੱਚ ਏਕਤਾ। ਇਹ ਜਿਹੜਾ ਭਾਰਤ ਹੈ ਰਾਜਾਂ ਦਾ ਸੰਘ ਹੈ। ਸੋ ਜੇ ਰਾਜਾਂ ਦੇ ਸੰਘ ਨੂੰ ਫੈਡਰਲਿਜ਼ਮ ਵੱਲ ਤੋਰਨਗੇ ਤਾਂ ਹੀ ਇਹਨਾਂ ਦੀ ਸਰਕਾਰ ਜਿਹੜੀ ਹੈ ਉਹ ਸਹੀ ਅਰਥਾਂ ਵਿੱਚ ਲੋਕਤੰਤਰੀ ਹੋਏਗੀ। ਇਹ ਤਾਂ ਸੰਘੀ ਢਾਂਚੇ ਨੂੰ ਕੁਚਲਣ ਤੇ ਲੱਗੇ ਹੋਏ ਨੇ। ਬਿਲਕੁਲ ਫੈਡਰਲਿਜ਼ਮ ਨੂੰ ਇਹ ਕੁਚਲਣ ਤੇ ਲੱਗੇ ਹੋਏ ਆ, ਇਹ ਕੇਂਦਰ ਨੂੰ ਸਸ਼ਕਤ ਕਰਨ ਤੇ ਲੱਗੇ ਹੋਏ ਆ। ਸੋ ਕੇਂਦਰ ਨੂੰ ਸਸ਼ਕਤ ਕਰਕੇ ਤਾਂ ਇੱਕ ਤਰ੍ਹਾਂ ਨਾਲ ਤਾਨਾਸ਼ਾਹੀ ਹੀ, ਫਾਸ਼ਿਜ਼ਮ ਜਿਹੜਾ ਹੈ ਉਹੀ ਅੱਗੇ ਆਏਗਾ, ਤਾਨਾਸ਼ਾਹੀ ਅੱਗੇ ਆਏਗੀ, ਨਾ ਕਿ ਲੋਕਤੰਤਰੀ
ਪਰ ਢਾਂਚਾ ਆ ਗਿਆ। ਤਾਨਾਸ਼ਾਹੀ ਤਾਂ ਅਸੀਂ ਪੂਰੀ ਦੁਨੀਆ ਦਾ ਤੁਸੀਂ ਇਤਿਹਾਸ ਵਾਚ ਕੇ ਦੇਖ ਲਓ, ਹਿਟਲਰ ਦਾ ਇਤਿਹਾਸ ਰਿਹਾ, ਫਿਰ ਮੁਸੋਲਿਨੀ ਦਾ ਇਤਿਹਾਸ ਰਿਹਾ, ਕਿਸ ਤਰੀਕੇ ਦੇ ਨਾਲ ਤਾਨਾਸ਼ਾਹ ਦਾ ਅੰਤ ਹੋਇਆ, ਕਿਉਂਕਿ ਬੁਰਾਈ ਦਾ ਅੰਤ ਤਾਂ ਅਖੀਰ ਹੁੰਦਾ ਹੀ ਹੈ ਕਿਤੇ ਨਾ ਕਿਤੇ ਜਾ ਕੇ। ਸੋ ਇਸ ਕਰਕੇ ਦੇਖੋ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੂਰੀ ਦੁਨੀਆ ਨੂੰ ਦਾ ਅੰਨ ਭੰਡਾਰ ਜਿਹੜਾ ਉਹ ਪੰਜਾਬ ਦਾ ਖਿੱਤਾ ਹੈ, ਜਿੱਥੇ ਹਰ ਤਰ੍ਹਾਂ ਦੀ ਫਸਲ ਕਰੋਪ ਪੈਦਾ ਕਰਕੇ ਦਿੱਤੀ ਜਾਂਦੀ ਆ। ਇਹ ਵੀ ਇੱਕ ਜਾਲਸਾਜ਼ੀ ਦਾ ਹਿੱਸਾ ਹੀ ਹੈ ਕਿ ਜਿਹੜੀ ਇੱਥੇ ਹਰੀ ਕ੍ਰਾਂਤੀ ਦੇ ਨਾਂ ਦੇ ਥੱਲੇ, ਸਲੋਗਨ ਦੇ ਥੱਲੇ ਸਾਡੇ ਜਿਹੜੇ ਉਹ ਝੋਨਾ ਵਰਗੀ ਫਸਲ ਜਿਹੜੀ ਲੈ ਕੇ ਆਉਂਦੇ ਆ, ਜਦ ਕਿ ਇਹ ਬਹੁਪਾਤੀ ਫਸਲਾਂ ਦਾ ਇੱਕ ਜਿਹੜਾ ਖਿੱਤਾ ਸੀਗਾ। ਇੱਥੇ ਵੇਖੋ ਛੋਲੇ ਕਹਿੰਦੇ ਇੱਥੇ ਹੁੰਦੇ ਸੀ, ਬਰਾਨੀਆਂ ਖੇਤੀਆਂ, ਜਿਹੜੀ ਬਰਾਨੀ ਖੇਤਰ ਦੇ ਵਿੱਚ ਛੋਲੇ ਹੁੰਦੇ ਸੀ, ਮਾਂਹ ਹੁੰਦੇ ਸੀ, ਮੱਕੀ ਹੁੰਦੀ ਸੀਗੀ, ਨਰਮਾ ਕਪਾਹ ਹੁੰਦੀਆਂ ਸੀ, ਇਹ ਚੀਜ਼ਾਂ ਸਾਰੀਆਂ ਹੁੰਦੀਆਂ ਸੀ। ਉਹ ਕਿੱਧਰ ਗਈਆਂ ਜਦੋਂ ਇਹ ਚੀਜ਼ਾਂ ਦਾਲਾਂ ਹੁੰਦੀਆਂ, ਜਦੋਂ ਸਾਰੇ ਬਹੁਪਾਤੀ ਫਸਲਾਂ ਜਿਹੜੇ ਕਿਸਾਨ ਬੀਜਦੇ ਸੀਗੇ ਪੰਜਾਬ ਦੀ ਧਰਤੀ ਤੇ, ਉਹਨਾਂ ਦੀਆਂ ਲੋੜਾਂ ਉੱਥੇ ਹੀ ਪੂਰੀਆਂ ਹੁੰਦੀਆਂ ਜਾਂਦੀਆਂ ਸੀਗੀਆਂ। ਹਰ ਤਰ੍ਹਾਂ ਦੀ ਸਬਜ਼ੀ ਪੈਦਾ ਕਰਦੇ ਸੀ, ਹਰ ਤਰ੍ਹਾਂ ਦਾ ਜਿਹੜਾ ਉਹਨਾਂ ਦੇ ਕੋਲ ਆਪਣੇ ਜਿਹੜੇ ਜ਼ਿੰਦਗੀ ਨੂੰ ਇੱਕ ਜਿਹੜਾ ਥੋੜਾ ਜਿਹਾ ਵਧੀਆ ਢੰਗ ਦੇ ਨਾਲ ਜਿਉਣ ਦਾ ਸੀਗਾ ਸਾਜੋ ਸਮਾਨ, ਉਹ ਸਾਰਾ ਉਹਨਾਂ ਦੇ ਕੋਲ ਸੀਗਾ। ਇਹਦੇ ਨਾਲ ਉਹਨਾਂ ਦੇ ਵਿੱਚ ਭਰਾਤਰੀ ਭਾਵ ਵੀ ਜਿਹੜਾ ਪੂਰੀ ਤਰ੍ਹਾਂ ਬਣਿਆ ਹੋਇਆ ਸੀਗਾ। ਹੁਣ ਦੇਖੋ ਤੁਸੀਂ ਕਿ ਜਿਹੜੀ ਸੱਤਾ ਦੀ ਭੁੱਖ ਨੇ ਜਾਂ ਲਾਲਸਾਵਾਂ ਨੇ ਜਾਂ ਜਿਹੜੇ ਕਹਿ ਲਓ ਨਿੱਜੀ ਸਵਾਰਥ ਨੇ, ਇਹ ਕਿੰਨਾ ਸਾਡਾ ਬਰਬਾਦੀ ਦੇ ਕੰਢੇ ਤੇ ਲਿਆ ਕੇ ਸਾਨੂੰ ਖੜਾ ਕਰ ਦਿੱਤਾ। ਪਿੰਡ ਜਿਹੜੇ ਇਕਾਈ ਨੇ ਔਰ ਜਿਹੜੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਵਸਣ ਵਾਲੇ ਵੱਖ-ਵੱਖ ਵੰਨਗੀਆਂ ਦੇ ਲੋਕ ਸੀਗੇ, ਵੱਖ-ਵੱਖ ਖਿੱਤਿਆਂ ਦੇ ਭਰਾਤਰੀ ਭਾਵਨਾ ਆਈ ਨਹੀਂ ਸੀਗੀ, ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਸੀਗੇ, ਇੱਕ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਸੁੱਖ ਸਮਝ ਕੇ ਉਹ ਜਿਹੜਾ ਇੱਕ ਦੂਜੇ ਦੀ ਸਹਾਇਤਾ ਮਦਦ ਕਰਦੇ ਸੀਗੇ। ਹੁਣ ਉਹਨਾਂ ਦੇ ਵਿੱਚ ਵੀ ਜਿੰਨੀਆਂ ਰਾਜਸੀ ਪਾਰਟੀਆਂ ਹੈਗੀਆਂ ਨੇ ਭਾਰਤ ਦੇ ਅੰਦਰ, ਉਹਨਾਂ ਨੇ ਆਪਣੇ ਜਿਹੜੇ ਇਕਾਈਆਂ ਬਣਾ ਕੇ ਉੱਥੇ ਵੀ ਧੜੇਬਾਜ਼ੀ ਜਿਹੜੀ ਕਰ ਦਿੱਤੀ ਆ, ਜਿਹੜੀ ਕਿ ਸਾਨੂੰ ਇੱਕ ਬਹੁਤ ਖਤਰਨਾਕ ਇੱਕ ਰਸਤੇ ਤੇ, ਬਰਬਾਦੀ ਦੇ ਰਸਤੇ ਤੇ ਪੰਜਾਬ ਨੂੰ ਲੈ ਆਈ। ਅਸੀਂ ਵੇਖੋ ਕਹਾਵਤ ਤਾਂ ਜੁੜੀ ਹੋਈ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਸਾਡਾ ਕੀ ਕਸੂਰ ਆ, ਸਾਡਾ ਕਸੂਰ ਸਿਰਫ ਇਸ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੇ ਜੰਮੇ ਆ। ਸੋ ਇੱਕ ਗੱਲ ਇੱਥੇ ਹੋਰ ਵੀ ਕਰਨੀ ਬਣਦੀ ਆ ਕਿ ਇਹ ਸਮਝ ਲੈਣਾ ਚਾਹੀਦਾ ਹੈ, ਜਿਹੜੇ ਇਸ ਖਿੱਤੇ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਸਮਝਣਾ ਤੇ ਜ਼ਰੂਰ ਚਾਹੀਦਾ ਪਰਮਵੀਰ, ਕਿਉਂਕਿ ਪੰਜਾਬ ਜਿਹੜਾ ਹੈ ਉਹ ਖੜਗ ਭੁਜਾ ਮੰਨਿਆ ਗਿਆ। ਬਿਲਕੁਲ। ਜੇਕਰ ਕਸ਼ਮੀਰ ਨੂੰ ਹੈੱਡ ਮੰਨਿਆ ਗਿਆ, ਭਾਰਤ ਦਾ ਸਿਰ ਮੰਨਿਆ ਗਿਆ, ਤੇ ਇਹ ਖੜਗ ਭੁਜਾ ਕਿ ਜਿਹੜੇ ਪਾਸਿਓਂ ਵੀ ਕੋਈ ਹਮਲੇ ਹੁੰਦੇ ਸੀ ਤੇ ਅੱਗੇ ਕੌਣ ਹੁੰਦਾ ਸੀ? ਪੰਜਾਬੀ ਹੁੰਦੇ ਸੀ ਹਮੇਸ਼ਾ। ਅੱਜ ਵੀ ਸਰਹੱਦਾਂ ਤੇ ਕਿੱਡੀ ਤਰਾਸਦੀ ਹੈ ਡਾਕਟਰ ਸਾਹਿਬ ਕਿ ਅੱਜ ਜਿਹੜਾ ਪੁੱਤਰ ਤਾਂ ਜਿਹੜਾ ਹੈਗਾ ਉਹ ਸਰਹੱਦਾਂ ਤੇ ਦੇਸ਼ ਲਈ ਲੜ ਰਿਹਾ, ਤੇ ਇੱਥੇ ਪੰਜਾਬ ਦੇ ਵਿੱਚ ਉਸੇ ਜਵਾਨ ਦਾ ਜਿਹੜਾ ਬਾਪ ਹੈਗਾ, ਬੁੱਢਾ ਬਾਪ, ਉਹ ਜ਼ਮੀਨ ਦੇ ਲਈ ਦਿੱਲੀ ਨਾਲ ਲੜ ਰਿਹਾ। ਸੋ ਇਹ ਸਾਡੀ ਕਿੰਨੀ ਸਵੈ ਵਿਰੋਧੀ ਵਿਚਾਰਧਾਰਾ ਪਣਪ ਰਹੀ ਹੈ ਕਿ ਨਾ ਉੱਥੋਂ ਪੁੱਤ ਜਿਹੜਾ ਜਵਾਨ ਪੁੱਤ ਹੈ ਉਹ ਛੱਡ ਸਕਦਾ ਤੇ ਨਾ ਇੱਥੋਂ ਬਾਪ ਜਿਹੜਾ ਉਹ ਆਪਣੀ ਜ਼ਮੀਨ ਨੂੰ ਛੱਡ ਸਕਦਾ। ਠੀਕ ਹੈ, ਉਹ ਦੇਸ਼ ਦੀ ਜ਼ਮੀਨ ਵਾਸਤੇ ਲੜ ਰਿਹਾ ਹੈ, ਇਹ ਆਪਣੇ ਘਰ ਪਰਿਵਾਰ ਦੀ ਜ਼ਮੀਨ ਵਾਸਤੇ ਲੜ ਰਿਹਾ। ਸੋ ਦੋਹਾਂ ਦੀ ਜਿਹੜੀ ਤਰਾਸਦੀ ਹੈ ਉਹ ਇੱਥੋਂ ਦੇਖਣ ਨੂੰ ਮਿਲਦੀ ਹੈਗੀ ਹੈ। ਅੱਛਾ ਡਾਕਟਰ ਸਾਹਿਬ, ਸਾਡੇ ਜੇ ਕਹਿ ਦਈਏ ਕਿ ਕੋਈ ਸਾਡੀ ਜਿਹੜੀ ਪੰਜਾਬ ਸਰਕਾਰ, ਉਹਦਾ ਵੀ ਕੋਈ ਵਧੀਆ ਰੋਲ ਨਹੀਂ ਹੈਗਾ ਕਿਸਾਨਾਂ ਦੇ ਪ੍ਰਤੀ। ਇੱਥੇ ਨਾ ਇੱਕ ਤੁਸੀਂ ਸੁਣੀ ਹੋਣੀ ਕਹਾਣੀ ਕਿ ਇੱਕ ਜਿਹੜੀ ਕਿਸੇ ਨਾ ਜੰਗਲ ਦੇ ਵਿੱਚ ਇੱਕ ਦਿਨ ਇੱਕ ਜੰਗਲ ਦਾ ਜਿਹੜਾ ਰਾਜਾ ਸੀਗਾ, ਸ਼ੇਰ, ਉਹ ਥੋੜੀ ਦੇਰ ਲਈ ਬਾਹਰ ਚਲਾ ਗਿਆ ਤੇ ਬਾਂਦਰ ਉੱਥੇ ਆ ਕੇ ਕਹਿੰਦਾ ਜੰਗਲੀ ਜਾਨਵਰਾਂ ਨੂੰ ਕਿ ਅੱਜ ਤੋਂ ਬਾਅਦ ਮੈਂ ਤੁਹਾਡਾ ਰਾਜਾ, ਮੈਂ ਤੁਹਾਡਾ ਬਾਦਸ਼ਾਹ, ਮੈਂ ਤੁਹਾਡੀ ਹਰ ਸਮੱਸਿਆ ਹੱਲ ਕਰਾਂਗਾ, ਮੈਂ ਤੁਹਾਡੇ ਹਰ ਦੁੱਖ ਸੁੱਖ ਨੂੰ ਦੂਰ ਕਰਾਂਗਾ, ਠੀਕ ਹੈ, ਮੈਂ ਤੁਹਾਨੂੰ ਵਧੀਆ ਗਵਰਨੈਂਸ ਦੇਵਾਂਗਾ ਤੇ ਮੈਂ ਤੁਹਾਡੀ ਸੁਰੱਖਿਆ ਵੀ ਕਰਾਂਗਾ। ਉਹ ਜਾਨਵਰ ਮੰਨ ਗਏ, ਚਲੋ ਵੀ ਠੀਕ ਆ ਭਾਈ, ਉਹਨੂੰ ਆਪਣਾ ਜਿਹੜਾ ਹੈਗਾ ਉਹਨਾਂ ਨੇ ਰਾਜਾ ਮੰਨ ਲਿਆ, ਬਾਦਸ਼ਾਹ ਮੰਨ ਲਿਆ ਉਸ ਜੰਗਲ ਦਾ। ਹੋਇਆ ਕਿ ਥੋੜੇ ਦਿਨਾਂ ਬਾਅਦ ਉਹ ਜਿਹੜਾ ਜੰਗਲ ਦਾ ਰਾਜਾ ਸੀਗਾ, ਸ਼ੇਰ, ਉਹ ਵਾਪਸ ਆ ਗਿਆ ਤੇ ਲੂੰਬੜੀ ਦੌੜੀ ਆਉਂਦੀ ਆ ਉੱਥੇ ਜਿਹੜਾ ਸੋ ਕਾਲਡ ਬਾਦਸ਼ਾਹ ਸੀਗਾ ਬਾਂਦਰ, ਉਹਨੂੰ ਆ ਕੇ ਕਹਿੰਦੀ ਆ ਵੀ ਹੁਣ ਵੇਖੋ ਜੀ, ਉਹ ਜਿਹੜੇ ਪਹਿਲੇ ਬਾਦਸ਼ਾਹ ਸੀਗੇ ਉਹ ਵਾਪਸ ਆ ਗਏ ਨੇ ਰਾਜਾ ਜੀ, ਤੇ ਮੇਰਾ ਘੁਰਨਾ ਵੀ ਉੱਥੇ, ਮੇਰੇ ਉਹਦੇ ਵਿੱਚ ਬੱਚੇ ਨੇ, ਕਿਧਰੇ ਉਹ ਮੇਰੇ ਬੱਚਿਆਂ ਨੂੰ ਨਾ ਖਾ ਜਾਣ, ਤਾਂ ਤੁਸੀਂ ਹੁਣ ਰੱਖਿਆ ਕਰੋ। ਬਾਂਦਰ ਕਹਿੰਦਾ ਚਲੋ ਮੈਂ ਕੁਛ ਸੋਚਦਾ ਕਰਦਾ। ਠੀਕ ਹੈ, 2-3 ਵਾਰੀ ਇਸੇ ਤਰ੍ਹਾਂ ਲਾਰੇ ਲਾਉਂਦਾ ਰਿਹਾ। ਚੌਥੀ ਵਾਰ ਜਦੋਂ ਫਿਰ ਆਣ ਕੇ ਉਹ ਕਹਿੰਦੀ, ਪ੍ਰੈਸ਼ਰਾਈਜ਼ ਕਰਦੀ ਆ ਵੀ ਤੁਸੀਂ ਸਾਡੀ ਰੱਖਿਆ ਕਿਉਂ ਨਹੀਂ ਕਰਦੇ, ਵੀ ਉਹ ਵਾਪਸ ਆ ਗਿਆ ਸ਼ੇਰ, ਉਹ ਸਾਨੂੰ ਖਾ ਜੂਗਾ ਸਾਰਿਆਂ ਨੂੰ। ਉਹ ਕਹਿੰਦਾ ਜੀ ਬਾਂਦਰ ਨੇ ਕੀ ਕੀਤਾ, ਦਰਖਤ ਦੀ ਕਦੇ ਇਸ ਟਾਹਣੀ ਤੇ ਟੱਪ ਕੇ, ਕਦੇ ਉਸ ਟਾਹਣੀ ਤੇ ਟੱਪ ਕੇ, ਕਦੇ ਉਸ ਤੇ, ਕਦੇ ਏਦਾਂ ਟੱਪਦਾ ਰਿਹਾ। ਉਹ ਦੇਖੀ ਗਈ, ਉਹ ਕਹਿੰਦੀ ਵੀ ਇਹਦੇ ਨਾਲ ਸਾਡੀ ਸਮੱਸਿਆ ਹੱਲ ਹੋ ਜਾਏਗੀ। ਕਹਿੰਦਾ ਦੇਖੋ ਜੀ, ਮੈਂ ਤਾਂ ਭੱਜ ਨੱਠ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ, ਅੱਗੇ ਤੁਹਾਡੀ ਕਿਸਮਤ ਹੈ। ਸੋ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਵੀ ਸਾਡੀ
ਜਿਹੜੀ ਸਾਡੀ ਗਵਰਨਮੈਂਟ ਹੈਗੀ ਆ ਪੰਜਾਬ ਦੀ, ਹਮ। ਕੈਪਟਨ ਸਾਹਿਬ ਨੇ ਵੀ ਇਹੀ ਰੋਲ ਕਿਤੇ ਨਾ ਕਿਤੇ ਅਦਾ ਕੀਤਾ ਕਿਸਾਨਾਂ ਲਈ ਵੀ। ਮੈਂ ਤਾਂ ਜਿਹੜੇ ਆ ਬਿੱਲ ਉਹਨਾਂ ਨੇ ਵਿਧਾਨ ਸਭਾ ਦੇ, ਔਰ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਵੀ ਉੱਥੇ ਵਿਧਾਇਕ ਐਸਾ ਨਹੀਂ ਸੀ ਜਿਹਨੂੰ ਇਹਦੇ ਬਾਰੇ ਕੋਈ ਨੁਕਤਾ ਨਿਗਾਹਾਂ ਤੋਂ ਸਮਝ ਹੀ ਨਹੀਂ ਸਕਿਆ ਵੀ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਕਿਤੇ ਵੀ ਨਹੀਂ ਜਾ ਰਿਹਾ। ਕੀ ਕਹਿੰਦਾ 1% ਕਿਸਾਨਾਂ ਦੇ ਹੱਕ ਵਿੱਚ ਜਾ ਰਿਹਾ ਤਾਂ ਜਾ ਰਿਹਾ, ਠੀਕ ਹੈ ਜੀ। 3 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਇਹਨਾਂ ਨੇ ਅੱਗੇ ਰੱਖ ਕੇ ਬੱਲੇ ਬੱਲੇ ਕਰਕੇ ਵਿਕਟਰੀ ਬਣਾਉਂਦੇ ਹੋਏ ਬਾਹਰ ਆ ਗਏ। ਸਾਨੂੰ ਐਸੇ ਨੁਮਾਇੰਦੇ ਨਹੀਂ ਚਾਹੀਦੇ। ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਨੁਮਾਇੰਦੇ, ਇਹ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ, ਸਾਡੇ ਹੀ ਟੈਕਸ ਤੇ ਪਾਲਣ ਵਾਲੇ, ਸਾਡੇ ਟੈਕਸ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਲਗਜ਼ਰੀ ਗੱਡੀਆਂ ਤੇ ਲਗਜ਼ਰੀਅਸ ਲਾਈਫ ਜਿਉਣ ਵਾਲੇ ਸਾਡੇ ਲਈ ਆਹੀ ਕੁਛ ਹੀ ਕਰਦੇ ਆ, ਸਾਡੇ ਲਈ ਜ਼ੁਬਾਨ ਹੀ ਨਹੀਂ ਖੋਲਦੇ। ਹੋਰ ਦੇਖੋ ਤੁਸੀਂ ਡਰਾਮੇਬਾਜ਼ੀ, ਉੱਥੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ। ਜਿਸ ਤਰੀਕੇ ਦੇ ਨਾਲ ਹੁਣ ਗੱਲਾਂ ਨਿਕਲ ਕੇ ਬਾਹਰ ਆ ਰਹੀਆਂ, ਗਵਰਨਰ ਸਾਹਿਬ ਦੇ ਹਾਊਸ ਦੇ ਵਿੱਚ ਜਾਂਦੇ ਆ ਉੱਥੇ ਸੌਂਪਣ ਵਾਸਤੇ, ਜਿਸ ਤਰੀਕੇ ਨਾਲ ਉੱਥੇ ਜਲੀਲ ਕੀਤਾ ਜਾਂਦਾ, ਇਹ ਦੱਸ ਰਹੇ ਨੇ ਹਨਾ, ਸੋਰਸ ਦੱਸ ਰਹੇ ਨੇ, ਮਾਹਰ ਵੀ ਦੱਸ ਰਹੇ ਨੇ, ਸੋਰਸਸ ਵੀ ਦੱਸ ਰਹੇ ਨੇ ਕਿ ਉੱਥੇ ਕਿਸ ਤਰੀਕੇ ਨਾਲ ਬੇਇੱਜ਼ਤ ਕੀਤਾ ਗਿਆ, ਰੱਸੀ ਲਾ ਕੇ ਜਿਹੜਾ ਅੱਗੇ ਨਹੀਂ ਉਹਨਾਂ ਨੂੰ ਵਿਧਾਇਕਾਂ ਨੂੰ ਜਾਣ ਦਿੱਤਾ ਗਿਆ। ਸਿਰਫ ਇੱਕ ਕੈਪਟਨ ਸਾਹਿਬ ਵਾਸਤੇ ਕੁਰਸੀ ਸੀਗੀ, ਬਿਲਕੁਲ। ਜਦੋਂ ਬਾਹਰ ਆਏ ਉਹੀ ਫੇਰ ਖੰਡਿਤ ਹੋ ਗਏ, ਉਹ ਜੀ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਗੱਲਾਂ। ਇਹ ਸਾਰੇ ਡਰਾਮੇਬਾਜ਼ੀ ਤੇ ਹੋਰ ਕੀ। ਆਮ ਆਦਮੀ ਪਾਰਟੀ ਨੇ ਕੀ ਕੀਤਾ, ਆਖੇ ਜੀ ਅਸੀਂ ਧਰਨਾ ਲਾ ਕੇ ਬੈਠਦੇ ਹਾਂ, ਸਾਨੂੰ ਖਰੜਾ ਨਹੀਂ ਦਿੱਤਾ, ਸਾਰੀ ਰਾਤ ਅਸੀਂ ਇੱਥੇ ਬੈਠਦੇ ਹਾਂ, ਸਾਰੀ ਰਾਤ ਸੋਫਿਆਂ ਤੇ ਸੁੱਤੇ ਰਹੇ, ਦੂਜੇ ਦਿਨ ਵਿੱਚ ਸ਼ਾਮਲ ਵੀ ਹੋ ਗਏ ਕਿ ਕੀ ਉਹਨਾਂ ਨੂੰ ਖਰੜਾ ਮਿਲ ਗਿਆ। ਟਰੈਕਟਰਾਂ ਦੀਆਂ ਡਰਾਮੇਬਾਜ਼ੀਆਂ, ਟਰੈਕਟਰਾਂ ਤੇ ਚੜ੍ਹਨ ਦੀਆਂ ਡਰਾਮੇਬਾਜ਼ੀਆਂ, ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਕਰਦੇ ਨੇ। ਮੈਨੂੰ ਤਾਂ ਇਹ ਲੱਗਦਾ ਡਾਕਟਰ ਸਾਹਿਬ ਇਹਨਾਂ ਨੇ ਉਹਨੂੰ ਵਿਧਾਨ ਸਭਾ ਨੂੰ ਵੀ ਇੱਕ ਜਿਹੜੀ ਸਟੇਜ ਜੀ ਬਣਾ ਲਿਆ ਨਟੰਕੀ ਕਰਨ ਵਾਸਤੇ। ਉੱਥੇ ਸਾਨੂੰ ਕੋਈ ਚੱਜ ਦੀ ਗੱਲ ਤਾਂ ਦੇਖਣ ਨੂੰ ਮਿਲੀ, ਸਿਰਫ ਤੇ ਸਿਰਫ ਨਟੰਕੀਬਾਜ਼ੀ। ਗੰਭੀਰ ਜਿਹੜੇ ਮਸਲੇ ਨੇ ਉਹਨਾਂ ਵਾਸਤੇ ਵੀ ਗੰਭੀਰਤਾ ਹੈ ਨਹੀਂ, ਬਿਲਕੁਲ ਬੜਾ ਲਾਈਟ ਗੰਭੀਰਤਾ ਨਾ ਹੋਣ ਕਰਕੇ ਸਾਡੀ ਸਥਿਤੀ ਜਿਹੜੀ ਆ ਉਹ ਬੜੀ ਮਜ਼ਾਕੀਆ ਬਣੀ, ਬਿਲਕੁਲ ਮਜ਼ਾਕੀਆ ਬਣੀ। ਤੇ ਬੇਸ਼ੱਕ ਕਹਿੰਦੇ ਨੇ ਕਿ ਪੰਜਾਬ ਨੇ ਇੱਕ ਸਥਾਪਿਤ ਕਰ ਦਿੱਤਾ ਕਿ ਵਿਰੋਧ ਦੀ ਆਵਾਜ਼ ਇਹਨੇ ਉਠਾਈ ਹੈ, ਉਹ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਉਠਾਈ ਹੈ। ਅਸਲ ਦੇ ਵਿੱਚ ਤਾਂ ਪੰਜਾਬ ਦੇ ਲੋਕਾਂ ਦੇ ਹੱਥ ਹੀ ਵੱਢ ਦਿੱਤੇ ਗਏ ਆ, ਪਰ ਉਹ ਕੁਝ ਕਰ ਹੀ ਨਹੀਂ ਸਕਦੇ। ਪਰ ਡਾਕਟਰ ਸਾਹਿਬ ਇਹ ਵੀ ਹੈ ਕਿ ਇਹਨਾਂ ਨੂੰ ਭੁਲੇਖ ਹੈ, ਇਹ ਪਿਛਲੀਆਂ ਗੱਲਾਂ ਤੇ ਸਟੈਂਡ ਲੈ ਕੇ ਖੜੇ ਹੋਏ ਨੇ। ਬਿਲਕੁਲ, ਜਿਹੜੀ ਅੱਜ ਦਾ ਕਿਸਾਨ ਬੜਾ ਜਾਗਰੂਕ ਕਿਸਾਨ ਆ, ਬੜੀ ਅਵੇਅਰਨੈਸ ਆ। ਉੱਥੇ ਆਪਾਂ ਹੁਣ ਧਰਨਿਆਂ ਦੇ ਵਿੱਚ ਜਾ ਕੇ ਦੇਖਦੇ ਆ ਕਿੱਦਾਂ ਜਵਾਨ ਮੁੰਡੇ ਕੁੜੀਆਂ ਜਿਹੜੇ ਕਾਲਜਾਂ ਸਕੂਲਾਂ ਦੇ ਆ, ਕਿੰਨੀ ਉਹਨਾਂ ਦੀ ਨੌਲੇਜ ਆ, ਪਰ ਕਿਸ ਤਰੀਕੇ ਦੇ ਨਾਲ ਉਹ ਜਿਹੜੀ ਉੱਥੇ ਭਾਸ਼ਣ ਕਰਦੇ ਨੇ, ਕਿੱਦਾਂ ਉਹ ਖਿਆਲਾਤ ਆਪਣੇ ਪ੍ਰਗਟ ਕਰਦੇ ਨੇ। ਸਕੂਲ ਦੇ ਵਿਦਿਆਰਥੀ ਵੀ ਬਹੁਤ ਸਜਗ ਹੋ ਚੁੱਕੇ ਆ। ਉਹ ਵੀ ਜਿਵੇਂ ਆਪਾਂ ਪਿਛਲੀ ਵੀਡੀਓ 'ਚ ਮੈਂ ਕਿਹਾ ਸੀ ਕਿ ਕੁੜੀ ਇੱਕ ਸਕੂਲ ਜਾਣ ਵਾਲੀ, ਜਿਹੜੀ ਆਪਣੇ ਸਿਲੇਬਸ ਬਾਰੇ ਗੱਲ ਕਰ ਰਹੀ, ਜੀ ਉਹ ਵੀ ਅੱਜ ਮੰਗ ਕਰਨ ਲੱਗੇ ਨੇ ਕਿ ਸਾਨੂੰ ਆਹ ਪੜਾਇਆ ਜਾਵੇ। ਸਾਨੂੰ ਜਿਹੜਾ ਅਸੀਂ ਨਹੀਂ ਹੁਣ ਪੇਮੀ ਦੇ ਨਿਆਣੇ ਬਣ ਕੇ ਰਹਿਣਾ, ਅਸੀਂ ਨਹੀਂ ਹੁਣ ਸੱਸੀ ਪੁੰਨੀ ਹੀਰ ਰਾਂਝੇ ਦੇ ਕਿੱਸੇ ਪੜ੍ਹਨੇ ਹੈਗੇ, ਸਾਨੂੰ ਇਹਨਾਂ ਨੇ ਦਿੱਤਾ ਹੀ ਕੀ ਹੈ। ਸੋ ਇਸ ਕਰਕੇ ਸਾਨੂੰ ਇਹਨਾਂ ਨੇ ਕੀ ਦਿੱਤੇ, ਵੇਖੋ ਵੱਡੀ ਪੱਧਰ ਤੇ ਜਦੋਂ ਮੁੰਡੇ ਕੁੜੀਆਂ ਦੇ ਕਰੈਕਟਰ ਜਿਹੜੇ ਡਾਊਨ ਗਏ ਆ ਤੇ ਉੱਥੇ ਕਿੰਨੀਆਂ ਸਮੱਸਿਆਵਾਂ ਮਾਂ ਬਾਪ ਨੂੰ, ਕਚਹਿਰੀਆਂ ਕੋਰਟਾਂ ਭਰੀਆਂ ਪਈਆਂ ਨੇ, ਪਰ ਕਿਸੇ ਨੇ ਇਹਦੇ ਵੱਲ ਧਿਆਨ ਹੀ ਨਹੀਂ ਕੀਤਾ ਕਿ ਜਿਹੜਾ ਸਿਲੇਬਸ ਉਹਨਾਂ ਨੂੰ ਪੜਾਇਆ ਜਾਂਦਾ ਉਹਨਾਂ ਨੇ ਕੋਰੇ ਮਨਾਂ ਤੇ ਉਕਰਿਆ ਜਾਂਦਾ। ਡਾਕਟਰ ਸਾਹਿਬ ਤੁਹਾਨੂੰ ਪਤਾ ਹੋਣਾ, ਮੈਂ 2010 ਦੇ ਵਿੱਚ ਇੱਕ ਕਿਤਾਬ ਲਿਖੀ, ਸਾਰੀ ਕਿਤਾਬ ਦੇ ਵਿੱਚ ਇਹਦਾ ਵਿਸ਼ਲੇਸ਼ਣ ਕੀਤਾ, ਉਸ ਤੋਂ ਬਾਅਦ ਫਿਰ ਇੱਕ ਕਿਤਾਬ ਲਿਖੀ, ਤੁਸੀਂ ਵੀ ਲਿਖੀਆਂ ਇੰਨੀਆਂ ਕਿਤਾਬਾਂ। ਮੈਂ ਬਾਰ-ਬਾਰ ਅਖਬਾਰਾਂ ਦੇ ਥਰੂ ਬੜਾ 2007 ਤੋਂ ਇਹਨਾਂ ਚੀਜ਼ਾਂ ਦੇ ਬਾਰੇ ਲਿਖਣਾ ਸ਼ੁਰੂ ਕੀਤਾ, ਲੇਖ ਲਿਖਣੇ ਸ਼ੁਰੂ ਕੀਤੇ, ਠੀਕ ਆ, ਵੱਖ-ਵੱਖ ਮੈਗਜ਼ੀਨਾਂ ਦੇ ਵਿੱਚ ਛਪੇ। ਕਿਸੇ ਨੇ ਧਿਆਨ ਹੀ ਨਹੀਂ ਦਿੱਤਾ, ਇਗਨੋਰ ਕਰਦੇ ਰਹੇ ਵੀ ਜਿਵੇਂ ਇਹ ਮਸਲੇ ਤਾਂ ਬੜੇ ਛੋਟੇ ਨੇ, ਅਸੀਂ ਤਾਂ ਉਦੋਂ ਤੋਂ ਹੀ ਮਸਲੇ ਚੁੱਕਣ ਲੱਗੇ ਹੋਏ ਆ ਕਿ ਵੀ ਹੋ ਕੀ ਰਿਹਾ ਸਕੂਲਾਂ ਕਾਲਜਾਂ। ਪਰ ਇਹ ਚੀਜ਼ ਆ ਨਾ ਕਿ ਜਿਹੜੇ ਕਲਮਕਾਰ ਨੇ, ਭਾਵੇਂ ਉਹ ਕਲਮਾਂ ਦੇ ਰਾਹੀਂ ਸਭ ਕੁਝ ਬਿਆਨ ਕਰ ਰਹੇ ਨੇ, ਲੇਕਿਨ ਅੱਜ ਹੁਣ ਲੋੜ ਆ ਪਈ ਹੈ ਕਿ ਜਿੰਨੇ ਕਲਮਕਾਰ ਹੈ ਆਪਣੀਆਂ ਕਲਮਾਂ ਦੇ ਰਾਹੀਂ ਤਾਂ ਜੋ ਲਿਖ ਰਹੇ ਲਿਖ ਹੀ ਰਹੇ ਆ, ਲੇਕਿਨ ਉਹਨਾਂ ਨੂੰ ਅੱਗੇ ਆ ਕੇ ਪ੍ਰੈਕਟੀਕਲੀ ਸਾਰੀ ਚੀਜ਼ ਦੱਸਣੀ ਪਊਗੀ, ਕਿਉਂਕਿ ਸਾਡਾ ਤਾਂ ਸਿੱਖ ਧਰਮ ਹੀ ਇਸ ਤਰ੍ਹਾਂ ਦਾ ਉਸ ਨਹੀਂ ਤੇ ਉਸਰਿਆ ਹੋਇਆ ਕਿ ਜਿਨ੍ਹਾਂ ਨੇ ਥਿਊਰੀ ਨੂੰ ਛੱਡ ਕੇ ਪ੍ਰੈਕਟੀਕਲ ਨੂੰ ਅੱਗੇ ਰੱਖਿਆ। ਤਾਂ ਗੁਰੂ ਸਾਹਿਬਾਨ ਨੇ ਆਪ ਪ੍ਰੈਕਟੀਕਲੀ ਸਾਰਾ ਸਾਨੂੰ ਸਮਝਾ ਕੇ ਦੱਸਿਆ ਕਿ ਆਹ ਚੀਜ਼ ਭਾਈ ਇਸ ਤਰ੍ਹਾਂ ਹੋ ਸਕਦੀ। ਜੇ ਉਹ ਸੰਤ ਸੀ ਤਾਂ ਸੰਤ ਕਿਵੇਂ ਬਣਿਆ ਜਾ ਸਕਦਾ, ਜੇ ਉਹ ਸਿਪਾਹੀ ਸੀ ਤਾਂ ਪ੍ਰੈਕਟੀਕਲ ਸੀ, ਬਿਲਕੁਲ। ਤਾਂ ਪ੍ਰੈਕਟੀਕਲੀ ਸਾਨੂੰ ਸਭ ਕੁਝ ਸਮਝਾਇਆ ਗਿਆ। ਇਸ ਕਰਕੇ ਕਲਮਕਾਰਾਂ ਦਾ ਫਰਜ਼ ਬਣਦਾ ਕਿ ਇਸ ਵੇਲੇ ਇਸ ਵਕਤ ਕਿਸਾਨਾਂ ਨੂੰ ਉਹਨਾਂ ਦੀ ਅਗਵਾਈ ਦੀ ਲੋੜ ਹੈ। ਉਹ ਸਿਰਫ ਆਪਣੀਆਂ ਕਲਮਾਂ ਦੇ ਰਾਹੀਂ ਆਪਣੀਆਂ ਕਿਤਾਬਾਂ ਤੱਕ ਹੀ ਸੀਮਤ ਨਾ ਰਹਿਣ, ਬਲਕਿ ਅੱਗੇ ਲੱਗ ਕੇ ਲੋਕਾਂ ਦੀ ਅਗਵਾਈ ਵੀ ਕਰਨ। ਤੇ ਹੁਣ ਤਾਂ ਆਵਾਜ਼ਾਂ ਇਹ ਵੀ ਉੱਠਣ ਲੱਗੀਆਂ ਡਾਕਟਰ ਸਾਹਿਬ ਕਿ ਕਲਮਾਂ ਵੀ ਕਿਤੇ ਨਾ ਕਿਤੇ
ਵਿਕੀਆਂ ਹੋਈਆਂ ਨੇ, ਕਲਮਾਂ ਵੀ ਆਜ਼ਾਦ ਨਹੀਂ ਰਹੀਆਂ। ਆਜ਼ਾਦ ਨਹੀਂ। ਪਦਾਰਥਵਾਦ ਦਾ ਇੰਨਾ ਕੁ ਗਲਬਾ ਪੈ ਗਿਆ ਜਦੋਂ ਬਿਲਕੁਲ। ਸਮਝ ਲੱਗਦੀ ਹੈ ਸਾਨੂੰ। ਮੈਂ ਹੈਰਾਨ ਆ ਕਿ ਗਵਰਨਮੈਂਟਾਂ ਇਹੋ ਕੁ ਸਮਝਦੀਆਂ ਨੇ ਕਿ ਸਾਡੇ ਜਿਹੜੇ ਲੋਕ ਹੈਗੇ ਨੇ, ਬਾਜ਼ਾਰਵਾਦ ਉਹਨਾਂ ਤੋਂ ਕਿਤੇ ਉੱਪਰ ਕਰ ਦਿੱਤਾ ਇਹਨਾਂ ਨੇ। ਠੀਕ ਹੈ ਜੀ। ਸੋ ਕਿਸੇ ਨੂੰ ਕੁਰਸੀ ਦਾ ਲਾਲਚ ਦੇਤਾ, ਕਿਸੇ ਨੂੰ ਸਨਮਾਨ ਦਾ ਲਾਲਚ ਦੇਤਾ, ਕਿਸੇ ਨੂੰ ਕੋਈ ਲਾਲਚ ਦੇਤਾ, ਕਿਸੇ ਨੂੰ ਕੋਈ ਲਾਲਚ ਦੇਤਾ, ਤੇ ਇਸ ਤਰ੍ਹਾਂ ਕਲਮਾਂ ਵੀ ਵਿਕ ਚੁੱਕੀਆਂ। ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿੰਨਾ ਵੀ ਗਦਾਰੀਆਂ ਦਾ, ਚਾਹੇ ਕੌਮੀ ਗਦਾਰੀਆਂ ਹੋਣ, ਚਾਹੇ ਦੇਸ਼ ਨਾਲ ਗਦਾਰੀਆਂ ਹੋਣ ਕੀਤੀਆਂ ਹਨ, ਚਾਹੇ ਸਿੱਧੇ ਢੰਗ 'ਚ ਚਾਹੇ ਅਸਿੱਧੇ ਢੰਗ 'ਚ। ਖੈਰ ਜਿਸ ਵੇਲੇ ਆਪਾਂ ਜਿਹੜੇ ਡੋਗਰਿਆਂ ਦੀ ਗਦਾਰੀਆਂ ਦੀ ਗੱਲ ਕਰਦੇ ਹਾਂ, ਜਾਂ ਰੋਮ ਦੇ ਵਿੱਚ ਨੀਰੋ ਦੀ ਗੱਲ ਕਰਦੇ ਹਾਂ, ਉਦੋਂ ਤਾਂ ਇੰਨਾ ਮੀਡੀਆ ਵੀ ਨਹੀਂ ਹੈਗਾ ਸੀਗਾ। ਠੀਕ ਹੈ ਜੀ। ਅੱਜ ਤਾਂ ਪੈਰ ਤੇ ਵੇਖੋ, ਤੁਹਾਡੀ ਇੱਕ ਮਾਈਕਰੋ ਸੈਕਿੰਡ ਦੇ ਵਿੱਚ ਤੁਹਾਡੀ ਹਰ ਗੱਲ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਸਪਰੈਡ ਹੋ ਜਾਂਦੀ ਹੈ। ਸੋ ਤੁਹਾਡੀਆਂ ਗਦਾਰੀਆਂ ਕਿਤੇ ਵੀ ਲੁਕੀਆਂ ਨਹੀਂ ਰਹਿਣੀਆਂ। ਸੋ ਲਾਹਨਤੀ ਇਤਿਹਾਸ ਜਿਹੜਾ ਹੁੰਦਾ ਨਾ, ਅਸੀਂ ਜੇ ਅੱਜ ਇਹ ਸਮਝ ਲਈਏ ਕੋਈ ਗੱਲ ਨਹੀਂ, ਮੈਨੂੰ ਤਾਂ ਇਸ ਵੇਲੇ ਜਿਹੜੀ ਹੁਣ ਮੈਂ ਜੀਉ ਰਿਹਾ ਜ਼ਿੰਦਗੀ, ਇਹਦੇ ਵਿੱਚ ਸੁੱਖ ਸਹੂਲਤਾਂ ਮਿਲ ਰਹੀਆਂ ਨੇ, ਤੇ ਕੋਈ ਗਦਾਰ ਕਹਿੰਦਾ ਤਾਂ ਕਹੀ ਜਾਵੇ ਭਾਈ। ਪਰ ਫਿਰ ਇਹਨਾਂ ਲੋਕਾਂ ਦੀ ਸੋਚ ਜਿਹੜੀ ਆ ਉਨੀ ਕੁ ਸੀਮਤ ਹੀ ਹੁੰਦੀ ਹੈ। ਉਹ ਦੂਰਅੰਦੇਸ਼ੀ ਨਹੀਂ ਹੁੰਦੇ। ਉਹ ਸਿਰਫ ਆਪਣੇ ਸਵਾਰਥ ਨੂੰ ਸਾਹਮਣੇ ਰੱਖ ਕੇ ਸੋਚਦੇ ਆ ਕਿ ਸਾਨੂੰ ਕੀ, ਜੋ ਮਰਜ਼ੀ ਕੱਲ ਨੂੰ ਕੋਈ ਕਹੀ ਜਾਏ, ਇਸ ਵੇਲੇ ਤਾਂ ਅਸੀਂ ਐਸ਼ ਮਾਣੀਏ ਨਾ। ਪਰ ਇੱਕ ਗੱਲ ਇਹ ਵੀ ਡਾਕਟਰ ਸਾਹਿਬ ਕਿ ਜਿੰਨੇ ਦੁਨੀਆ ਦੇ ਸੁਨਹਿਰੀ ਇਤਿਹਾਸ ਹੋਏ ਨੇ, ਉਹ ਦੂਰ ਅੰਦੇਸ਼ਤਾ ਦੇ ਵਿੱਚੋਂ ਹੀ ਨਿਕਲੇ ਨੇ। ਬਿਲਕੁਲ। ਤੇ ਚੰਗੀ ਸੋਚ ਦੇ ਵਿੱਚੋਂ ਹੀ ਨਿਕਲੇ ਨੇ, ਹੈਨਾ, ਡਿਬੇਟਾਂ ਦੇ ਵਿੱਚੋਂ ਹੀ ਨਿਕਲੇ ਨੇ। ਸੋ ਇਸ ਕਰਕੇ ਸਾਨੂੰ ਇਸ ਪੱਧਰ ਤੇ ਸੋਚਣਾ ਬਣਦਾ ਹੈਗਾ। ਲੋਕ ਇਸ ਵੇਲੇ ਦੁਖੀ ਨੇ, ਲੋਕ ਤਰਾਸ ਕਰਦੇ ਨੇ। ਕਿਸਾਨਾਂ ਦੇ, ਮਜ਼ਦੂਰਾਂ ਦੇ ਬੱਚੇ ਜਿਹੜੇ ਹੈਗੇ ਸੜਕਾਂ ਦੇ ਉੱਪਰ ਨੇ, ਕਿਸਾਨਾਂ ਦੇ ਪੂਰੇ ਪਰਿਵਾਰ ਸੜਕਾਂ ਤੇ ਬੈਠੇ, ਧਰਨਿਆਂ ਤੇ, ਮੋਰਚਿਆਂ ਤੇ ਬੈਠੇ। ਧਰਨੇ ਨਹੀਂ, ਆਪਾਂ ਨੂੰ ਸੱਚ ਕਹਿਣਾ ਚਾਹੀਦਾ, ਮੋਰਚੇ ਹੀ ਕਹਿਣਾ ਚਾਹੀਦਾ। ਕਿਸਾਨ ਅੰਨਦਾਤੇ ਦੇ ਵਜੋਂ ਜਾਣਿਆ ਜਾਂਦਾ। ਪੂਰੀ ਦੁਨੀਆ ਦਾ ਢਿੱਡ ਭਰਦਾ ਕਿਸਾਨ ਜਿਹੜਾ ਹੈਗਾ, ਤੇ ਜਿਹੜਾ ਅੰਨਦਾਤਾ ਹੀ ਵਿਚਾਰਾ ਅੱਜ ਸੜਕਾਂ ਤੇ ਰੋਲ ਰਿਹਾ। ਤੇ ਭਾਈ ਫਿਰ ਸਾਡੀਆਂ ਥਾਲੀਆਂ ਦੇ ਵਿੱਚੋਂ ਰੋਟੀ ਆਊਗੀ, ਇਹ ਤੁਸੀਂ ਭੁੱਲ ਜਾਓ। ਇਹ ਸੁਪਨੇ ਬਣ ਕੇ ਰਹੇ ਆ ਕਿ ਜਿਹੜੇ ਅਮੀਰ ਲੋਕ ਨੇ ਉਹ ਸਾਨੂੰ ਰੋਟੀ ਦੇ ਦੇਣਗੇ, ਲੇਕਿਨ ਉਹ ਰੋਟੀ ਨਹੀਂ ਦੇਣਗੇ। ਉਹ ਸਿਰਫ ਆਪਣੇ ਪੈਸੇ ਦੇ ਪਿੱਛੇ ਪਏ ਹੋਏ ਆ। ਉਹਨਾਂ ਨੂੰ ਪੈਸੇ 'ਚੋਂ ਪੈਸਾ ਕਮਾਉਣ ਦੀ ਲਾਲਸਾ ਹੈ। ਉਹ ਤੁਹਾਡੇ ਢਿੱਡ ਨਹੀਂ ਭਰਨਗੇ। ਇਹ ਜਿਹੜੇ ਮੋਦੀ ਵਰਗੇ ਲੋਕ ਹੈਗੇ ਨੇ, ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜੇ ਸਾਡੀ ਥਾਲੀ 'ਚ ਰੋਟੀ ਆ ਰਹੀ ਹੈ, ਸਾਡੀ ਥਾਲੀ 'ਚ ਅਨਾਜ ਆ ਰਿਹਾ, ਉਹ ਤਾਂ ਉਹ ਸਿਰਫ ਕਿਸਾਨਾਂ ਕਰਕੇ ਆ ਰਿਹਾ। ਜਿੱਦਣ ਇਹ ਕਿਸਾਨਾਂ ਦੀ ਹੋਂਦ ਖਤਰੇ 'ਚ ਪੈ ਗਈ, ਕਿਸਾਨ ਨਾ ਰਿਹਾ, ਤਾਂ ਇਹ ਜਿਹੜੇ ਵੱਡੇ ਘਰਾਣੇ ਨੇ, ਕਾਰਪੋਰੇਟ ਘਰਾਣੇ ਨੇ, ਕਿਸੇ ਨੂੰ ਰੋਟੀ ਨਹੀਂ ਦੇਣਗੇ। ਉਹ ਸਿਰਫ ਆਪਣੀ ਅਮੀਰੀ ਨੂੰ ਹੋਰ ਅਮੀਰੀ 'ਚ ਬਦਲਣਗੇ। ਬਿਲਕੁਲ ਜੀ। ਕਿਉਂਕਿ ਉਹਨਾਂ ਦਾ ਟਾਰਗੇਟ, ਉਹਨਾਂ ਦੀ ਜੋ ਵੀ ਮਜ਼ਹਬ ਹੈ, ਧਰਮ ਹੈ, ਜੋ ਵੀ ਜਾਤ ਹੈ, ਉਹਨਾਂ ਦਾ ਪੈਸਾ। ਇਸ ਤੋਂ ਅੱਗੇ ਉਹ ਸੋਚ ਹੀ ਨਹੀਂ ਸਕਦੇ। ਪੈਸੇ ਨੂੰ ਵਧਾਉਣਾ ਕਿਵੇਂ ਆ, ਸਿਰਫ ਉਹ ਸੋਚਣਗੇ। ਹੋਰ ਉਹਨਾਂ ਦੇ ਜਿਹੜਾ ਮਨ ਮਸਤਕ ਦੇ ਵਿੱਚ ਕੋਈ ਦਇਆ ਦੀ ਭਾਵਨਾ ਨਹੀਂ ਹੁੰਦੀ। ਇੱਥੇ ਗੱਲ ਹੁਣ ਦਇਆ ਦੀ ਗੱਲ ਆ ਗਈ ਆ, ਤੇ ਫਿਰ ਉੱਥੇ ਸਾਨੂੰ ਕਹਿਣਾ ਪਏਗਾ ਕਿ ਵੇਖੋ ਜੀ, ਸਾਨੂੰ ਤਾਂ ਗੁਰੂ ਸਾਹਿਬ ਸ਼ੁਰੂ ਤੋਂ ਇਸ਼ਾਰਾ ਕਰਕੇ ਗਏ ਨੇ, ਕਰ ਰਹੇ ਨੇ, ਕਰਕੇ ਗਏ ਨਹੀਂ, ਕਰ ਵੀ ਰਹੇ ਨੇ। ਸੋ ਕਿਉਂਕਿ ਸਾਡੇ ਕੋਲੇ ਰੱਬੀ ਹੁਕਮ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬੀ ਹੁਕਮ, ਇਸੇ ਕਰਕੇ ਆਏ ਦਿਨ ਜਿਹੜਾ ਕਿੰਨਾ ਸੰਤਾਪ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੰਢਾ ਰਹੇ ਨੇ ਆਪਣੇ ਉੱਪਰ ਹੈ। ਜੇ ਅਸੀਂ ਇਹ ਭੁੱਲ ਜਾਈਏ ਕਿ ਅਸੀਂ ਹੰਢਾ ਰਹੇ ਹਾਂ, ਉਹ ਨਹੀਂ ਭਾਈ, ਸਾਡੇ ਬਰਾਬਰ ਸਾਡੇ ਗੁਰੂ ਸਾਹਿਬ ਵੀ ਹੰਢਾ, 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਵੀ ਪਲ ਪਲ ਸੰਤਾਪ ਹੰਢਾ ਰਹੇ ਨੇ। ਕਿਸ ਤਰੀਕੇ ਦੇ ਨਾਲ ਅੰਗ ਪਾੜੇ ਜਾ ਰਹੇ ਨੇ, ਕਿਸ ਤਰੀਕੇ ਦੇ ਨਾਲ ਬੇਅਦਬੀ ਹੋ ਰਹੀ ਹੈ ਉਹਨਾਂ ਦੀ। ਵੇਖੋ ਤੁਸੀਂ, ਜਿਹੜਾ ਰੱਬੀ ਹੁਕਮ ਹੈ, ਜਿਹਨੂੰ ਧੁਰਕੀ ਬਾਣੀ ਕਿਹਾ ਜਾਂਦਾ, ਦੇਖੋ ਉਹਨੂੰ ਹੀ ਮੰਨਣ ਲਈ ਤਿਆਰ ਨਹੀਂ ਬਰਬਾਦ, ਉਹਦੀ ਹੀ ਬੇਅਦਬੀ ਕਰਨ ਤੇ ਲੱਗਿਆ ਹੋਇਆ। ਤੇ ਉਹਦੇ ਵਿੱਚ ਕੁਛ ਮਾੜਾ ਤਾਂ ਹੈ ਨਹੀਂ। ਜਾਂ ਤਾਂ ਸਾਨੂੰ ਦੱਸਣ ਵੀ ਆਹ ਚੀਜ਼ ਮਾੜੀ ਆ ਭਾਈ, ਤਾਂ ਕੱਢ ਵੀ ਦਿੱਤੀ ਜਾ ਸਕਦੀ ਆ। ਲੇਕਿਨ ਰੱਬੀ ਹੁਕਮ, ਉਹਨੂੰ ਵੀ, ਹੁਕਮਨਾਮੇ ਨੂੰ ਵੀ ਇਹ ਜਿਹੜਾ ਬਰਬਾਦ ਕਰਨ ਤੇ ਲੱਗੇ ਹੋਏ ਆ। ਤੇ ਫਿਰ ਜਦੋਂ ਇਹੋ ਜਿਹੀਆਂ ਗੱਲਾਂ ਤੇ ਕੋਈ ਸਰਕਾਰਾਂ ਉਤਰ ਆਉਣ ਨਾ, ਤੇ ਫਿਰ ਭਲਾ ਕੋਈ ਨਹੀਂ ਹੁੰਦਾ। ਇਹ ਵੀ ਸਮਝ ਲੈਣਾ ਚਾਹੀਦਾ। ਇਹ ਤਾਂ ਹੁਣ ਕਿਸਾਨਾਂ ਨੂੰ ਲੰਬੇ ਸੰਘਰਸ਼ ਲਈ ਤਿਆਰ ਹੋਣਾ ਪਏਗਾ। ਸਾਨੂੰ ਕਿਸੇ ਤੇ ਕੋਈ ਟੇਕ ਨਹੀਂ ਰੱਖਣੀ ਚਾਹੀਦੀ, ਬਲਕਿ ਸਾਨੂੰ ਆਪਣਾ ਸਿਰ ਆਪ ਹੀ ਗੁੰਦਣਾ ਪਏਗਾ। ਤੇ ਇੰਨੀਆਂ ਹੀ ਵਿਚਾਰਾਂ ਅੱਜ ਦੇ ਲਈ ਸਹੀ ਰਹਿਣਗੀਆਂ। ਤੇ ਕੱਲ ਨੂੰ ਫਿਰ ਆਪਾਂ ਕਿਸੇ ਨਵੇਂ ਮੁੱਦੇ ਦੇ ਨਾਲ ਪੇਸ਼ ਹੁੰਦੇ ਆ ਦਰਸ਼ਕਾਂ ਦੇ ਸਾਹਮਣੇ। ਤੇ ਇਹ ਆਪਾਂ ਹੁਣ ਐਂਡ ਵੀ ਜਿਹੜਾ ਹੈਗਾ ਉਹ ਗੁਰਦਿਆਲ ਰੋਸ਼ਨ ਜੀ ਦੀਆਂ ਕੁਝ ਲਾਈਨਾਂ ਦੇ ਨਾਲ ਹੀ ਕਰੀਏ, ਕਿਉਂਕਿ ਅੱਜ ਦੇ ਸੰਦਰਭ ਤੇ ਬੜੀਆਂ ਢੁੱਕਦੀਆਂ ਨੇ, ਬੜੀਆਂ ਖੂਬਸੂਰਤ ਨੇ। ਉਹ ਕਹਿੰਦੇ ਨੇ, ਸਤਲੁਜ ਜਮਨਾ ਬਿਆਸ ਨਰਮਦਾ, ਇਹ ਕੁੜੀਆਂ ਗੰਗਾ ਦਾ ਜਲ ਹੈ। ਇਹ ਕੁੜੀਆਂ ਭਾਰਤ ਦਾ ਕੱਲ ਨੇ, ਚੁੱਪ ਨੂੰ ਤੋੜ ਰਹੀ ਹਲਚਲ ਨੇ। ਆਪਾਂ ਦੇਖਿਆ ਹੀ ਹੈ ਜੀ ਧਰਨੇ ਦੇ ਵਿੱਚ,
ਥਾਂ ਥਾਂ ਤੇ ਕਿੱਦਾਂ ਲਾਹੋਗੇ ਲੋਕਾਂ ਦੀ ਹਿੰਮਤ ਦੇ ਪਰਚਮ। ਫਿਰ ਮੈਂ ਦੁਹਰਾ ਦਿਆਂ ਇਸ ਲਾਈਨ ਨੂੰ, ਥਾਂ ਥਾਂ ਤੋਂ ਕਿੱਦਾਂ ਲਾਹੋਗੇ ਲੋਕਾਂ ਦੀ ਹਿੰਮਤ ਦੇ ਪਰਚਮ। ਪਰਬਤ, ਸਾਗਰ, ਤਾਰਾ ਮੰਡਲ, ਖੇਤ, ਫਜ਼ਾ ਇਹ ਮਾਰੂ ਥਲ ਨੇ। ਬਿਲਕੁਲ। ਸਾਡੇ ਕੋਲ ਅਥਾਹ ਸ਼ਕਤੀ ਹੈ, ਸਾਡੇ ਕੋਲ ਅਥਾਹ ਸ਼ਕਤੀ ਹੈ। ਸਿਰ ਲੱਥਾਂ ਦੇ ਵਾਰਸ ਵੀ ਹਨ, ਸਾਡੇ ਕੋਲ ਅਥਾਹ ਸ਼ਕਤੀ ਹੈ। ਸਿਰ ਲੱਥਾਂ ਦੇ ਵਾਰਸ ਵੀ ਹਨ। ਤੇਰੇ ਕੋਲ ਜੇ ਜ਼ੁਲਮ ਤਸੀਹੇ, ਤਾਕਤ, ਝੂਠ, ਘਿਨੌਣੇ ਫਲ ਨੇ। ਤੇਰੇ ਕੋਲ ਜੇ ਜ਼ੁਲਮ ਤਸੀਹੇ, ਤਾਕਤ, ਝੂਠ, ਘਿਨੌਣੇ ਫਲ ਨੇ। ਸੋ ਇਹਨਾਂ ਹੀ ਸਤਰਾਂ ਦੇ ਨਾਲ ਲੈਂਦੇ ਹਾਂ ਇਜਾਜ਼ਤ। ਧੰਨਵਾਦ।